ਆਡੀਓ ਜਿਹੜੀ ਵਾਇਰਲ ਹੋਈ ਸੀ ਉਹਦੇ 'ਚ ਸਾਫ਼ ਕਿਹਾ ਜਾ ਰਿਹਾ ਸੀਗਾ ਕਿ ਮੈਂ ਮੰਤਰੀ ਹਾਂ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਿਸੇ ਤਰ੍ਹਾਂ ਵੀ ਢਾਲ ਸਕਦੇ ਨੇ। ਮਿੱਧ ਕੇ ਰੱਖ ਦਿਆਂਗੇ, ਲਫ਼ਜ਼ ਕੀਤਾ ਸੀ। ਮਿੱਧ ਕੇ ਰੱਖਣੇ ਦਾ ਪਰਪਸ ਇਹ ਹੁੰਦਾ ਵੀ ਤੁਹਾਨੂੰ ਕ੍ਰਸ਼ ਕਰ ਦਿਆਂਗੇ। ਕ੍ਰਸ਼ ਦੇ ਵਿੱਚ ਸਾਰਾ ਕੁਝ ਆ ਜਾਂਦਾ। ਤਾਂ ਅਸੀਂ ਮੈਂ ਆਪਣਾ ਜਿੰਨਾ ਕੁ ਪ੍ਰੀਵੈਂਟਿਵ ਕਰਨਾ ਬਣਦਾ ਸੀ ਮੇਰਾ, ਉਹ ਮੈਂ ਕੀਤਾ। ਬੱਚਿਆਂ ਨੂੰ ਆਪਣਾ ਬਾਹਰ ਕੀਤਾ। ਲੁਧਿਆਣੇ ਦੀ ਉਦਾਹਰਨ ਹੈਗੀ ਹੈ ਕਿ ਉਹ ਇੱਕ ਲੇਡੀ ਜਿਹੜੀ ਹੈਗੀ ਸੀ ਡੀਓ ਸੀਗੀ, ਉਹ ਹਾਲਾਂਕਿ ਉਹੀ ਕੋਈ ਵਾਰਤਾਲਾਪ ਫੋਨ ਤੇ ਨਹੀਂ ਸੀਗੀ, ਪਰ ਉਹਦੀ ਸ਼ਰੇਆਮ ਉਹਨੇ ਇੱਕ ਔਰਤ ਦੀ, ਉਹ ਵੀ ਸਿੱਖਿਆ ਅਫਸਰ ਹੋਵੇ ਜਿਹੜੀ ਜ਼ਿਲ੍ਹੇ ਦੀ, ਤੇ ਇਹਨੇ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਉਹਦੀ ਪਬਲਿਕ ਦੇ ਵਿੱਚ। ਔਰਤ ਦਾ ਇੱਕ ਇਹੋ ਜਿਹਾ ਅਪਮਾਨ, ਠੀਕ ਹੈ, ਉਹ ਬਹੁਤ ਜਿਹੜਾ ਨਿੰਦਣਯੋਗ ਆ। ਹੁਣ ਉਹ ਬੋਲਦੇ ਨਹੀਂ ਹੈਗੇ, ਉਹ ਅੱਜ ਵੀ ਡਰੀ ਜਾਂਦੇ ਆ। ਪ੍ਰੋਬਲਮ ਇੱਕ ਨਹੀਂ ਨਾ ਹੈਗੀ, ਪਹਿਲਾਂ ਤਾਂ ਨੌਕਰੀ ਦੀ ਕਰਕੇ ਡਰਾਓ, ਫਿਰ ਉਹ ਤੋਂ ਬਾਅਦ ਪੈਨਸ਼ਨਾਂ ਕਰਕੇ ਡਰਾਓ। ਪੈਸੇ ਲੈਣ ਨੂੰ ਥੋੜ੍ਹਾ ਕਰਪਸ਼ਨ ਕਿਹਾ ਜਾਂਦਾ। ਕਰਪਸ਼ਨ ਤਾਂ 20 ਤਰ੍ਹਾਂ ਦੀ ਹੁੰਦੀ ਹੈ। ਉਸ ਦੇ ਵਿੱਚ ਜੋ ਵੀ ਇਸ ਟਾਈਮ ਬੈਠਾ ਆਦਮੀ, ਜਿਹੜੀ ਮਰਜ਼ੀ ਕੁਰਸੀ ਤੇ ਬੈਠਾ, ਭਾਵੇਂ ਡੀਜੀਪੀ ਹੈ, ਭਾਵੇਂ ਚੀਫ ਸੈਕਟਰੀ ਹੈ, ਭਾਵੇਂ ਪੋਲੀਟੀਸ਼ੀਅਨ ਹੈ, ਇੱਕ ਬੰਦਾ ਵੀ ਇਮਾਨਦਾਰ ਤੇ ਮੈਨੂੰ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਵੀ ਸਭ ਦੇ ਸਭ ਬੇਈਮਾਨ ਤੇ ਕਰਪਟ ਹੈ ਸਮੇਤ ਮੇਰੇ। ਸਾਰੇ ਲੀਡਰ ਜਿਹੜੇ ਨੇ ਤੁਹਾਡੇ ਤੋਂ ਚੱਲਦੇ ਨੇ, ਕੀ ਖਾਸ ਵਜ੍ਹਾ ਇੱਦਾਂ ਦੀ? ਮੈਂ ਇਹਨਾਂ ਦੀ ਟੀਮ ਦਾ ਮੈਂਬਰ ਨਹੀਂ ਹੈਗਾ, ਮੈਂ ਇਹਨਾਂ ਦੇ ਸਿਸਟਮ ਨੂੰ ਬਿਲੋਂਗ ਨਹੀਂ ਕਰਦਾ। ਜੋ ਚੀਜ਼ਾਂ ਇਹਨਾਂ ਦੇ ਬੇਸਿਕ ਹੈਗੇ ਕਿਰਦਾਰ ਨੇ, ਜਿਹਨਾਂ ਤੇ ਇਹਨਾਂ ਦਾ ਜੋ ਢਾਂਚਾ ਖੜਾ ਹੈ, ਉਹਦੇ ਨਾਲ ਮੈਂ ਬਿਲਕੁਲ ਉਹਦੇ ਆਪੋਜ਼ਿਟ ਖੜਾ। ਤੇ ਮੈਂ ਹੈਰਾਨ ਹੈ ਕਿ ਜਿਹੜੇ ਹੁਣ ਲੋਕ ਜਿਹੜੇ ਅੱਜ ਤੱਕ ਦੇ ਸਾਡੇ ਪੈਨਸ਼ਨਸ ਹੈਗੇ ਆ, ਜਾਂ ਜਿਹੜੇ ਨੌਕਰੀ ਹੁਣ ਕਰ ਰਹੇ ਆ, ਸੀਨੀਅਰ ਹੋ ਕੇ ਬੈਠੇ ਆ, ਇਹਨਾਂ ਨੇ ਕਿਸ ਚੀਜ਼ ਦੀਆਂ ਤਨਖਾਹਾਂ ਲਈਆਂ, ਕਿਸ ਚੀਜ਼ ਦੀਆਂ ਪੈਨਸ਼ਨਾਂ ਲਈਆਂ, ਜਾਂ ਡਿਜ਼ਰਵ ਕਰਦੇ ਵੀ ਅਸੀਂ ਪੈਨਸ਼ਨ ਲੈਂਦੇ, ਆਪਾਂ ਸੇਵਾ ਕਰਦੇ ਹਾਂ ਤੇ ਫਿਰ ਉਹ ਤੋਂ ਕਹਿੰਦੇ ਉਹ ਤੋਂ ਬਾਅਦ ਸਾਨੂੰ ਸੇਵਾ ਦਾ ਫਲ ਮਿਲੇ। ਤੇ ਪੰਜਾਬ ਤਾਂ ਅਸੀਂ ਬਰਬਾਦ ਕਰਤਾ ਪਿਛਲੇ 40-50 ਸਾਲਾਂ 'ਚ। ਅਜੇ ਫਿਰ ਕਿਸੇ ਮੁਲਾਜ਼ਮ ਨੇ ਤਾਂ ਕੋਈ ਕੰਮ ਕੀਤਾ, ਤੇ ਜਿਹੜੇ ਇਹ ਹੈਗੇ ਨਾ ਤਾਂ ਬਰਬਾਦ ਹੀ ਕੀਤਾ ਪੋਲੀਟੀਸ਼ੀਅਨ ਨੇ। ਤੇ ਪੈਨਸ਼ਨਾਂ ਇਹਨਾਂ ਦੀਆਂ 4-4 5-5, ਹੁਣ 90-90 95 ਸਾਲ ਦੇ ਬਾਦਲ ਸਾਹਿਬ ਹੈ, 80 ਸਾਲ ਤੋਂ ਟੱਪ ਗਏ, ਰਾਮੂ ਵਾਲੀਆ ਸਾਹਿਬ ਹੈ, ਹੋਰ ਬੜੇ ਲੀਡਰ ਜਿਹੜੇ 80 ਸਾਲ ਤੋਂ ਉੱਪਰ ਹੈਗੇ ਆ। ਇਹਨਾਂ ਨੂੰ ਹੁਣ ਸ਼ਾਂਤੀ ਕਰ ਲੈਣੀ ਚਾਹੀਦੀ ਹੈ। ਇਹਨਾਂ ਨੇ ਕੋਈ ਕਸਰ ਵੀ ਨਹੀਂ ਛੱਡੀ ਹੋਈ, ਕੋਈ ਲੁੱਟਣ ਪੱਟਣ ਤੋਂ, ਕੋਈ ਪੰਜਾਬ ਬਰਬਾਦੀ 'ਚ ਸਭ ਤੋਂ ਵੱਡੇ ਰੋਲ ਰਹੇ ਇਹਨਾਂ ਦੇ। 25 ਸਾਲ ਦੇ ਵੀ ਇਲੈਕਟ ਹੋ ਜਾਂਦੇ। ਹੁਣ 25 ਸਾਲ ਉਮਰ ਕਿਉਂ ਲੈ ਕੇ ਆਏ ਇਹ? ਕਿਉਂਕਿ ਇਹਨਾਂ ਨੇ ਆਪਦੇ ਪੁੱਤ ਪੋਤੇ ਬਾੜਨੇ ਵਿੱਚ। 25 ਸਾਲ ਬਾਅਦ ਕੋਈ ਐਲੀਜੀਬਿਲਿਟੀ ਬਣਦੀ ਨਹੀਂ ਗੀ। 25 ਸਾਲ ਦਾ ਜਿਹੜਾ ਬੱਚਾ ਹੈ ਉਹ ਕਿਵੇਂ ਲੀਡ ਕਰ ਸਕਦਾ ਕਿਸੇ ਨੂੰ ਐਜ਼ ਏ ਲੀਡਰ? ਲਾਈਫ ਜਿਹੜੀ ਡੇਲੀ ਇੱਕ ਯੂਨੀਵਰਸਿਟੀ ਜਿਹਦੇ 'ਚ ਅਸੀਂ ਪੜ੍ਹਦੇ ਹਾਂ, ਤਾਂ 50 ਸਾਲ ਤੱਕ ਜਿਹੜਾ ਬੰਦਾ ਲਾਈਫ ਦੀ ਯੂਨੀਵਰਸਿਟੀ 'ਚ ਪੜ੍ਹ ਲੈਂਦਾ ਹੈ, ਉਹ ਇਸ ਐਲੀਜੀਬਿਲਿਟੀ ਹੋ ਜਾਂਦਾ। ਉਹ ਫੈਮਿਲੀ ਆਪਣੀ ਸੰਭਾਲੀ ਬੈਠਾ ਹੁੰਦਾ, ਬੱਚੇ ਵੱਡੇ ਹੋ ਗਏ ਹੁੰਦੇ ਆ, ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਉਹਨੂੰ ਕੋਲ ਤਜਰਬਾ ਹੁੰਦਾ। ਉਹ ਤੋਂ ਬਾਅਦ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਦੂਜੇ ਵਾਸਤੇ ਕੁਝ ਭਲਾ ਕਰ ਸਕੇ। ਜਿਵੇਂ ਮੈਨੂੰ ਹੁਣ ਤੁਹਾਨੂੰ ਵੇਖ ਕੇ ਤਕਲੀਫ ਹੁੰਦੀ ਵੀ ਬੱਚਿਆਂ ਦਾ ਨੁਕਸਾਨ ਹੋ ਗਿਆ, ਤੇ ਇੱਕ 30 ਸਾਲ ਦੇ ਬੰਦੇ ਤੋਂ ਕਿੱਥੋਂ ਐਕਸਪੈਕਟ ਕਰ ਲਾਂਗੇ? ਤੁਸੀਂ 35 ਸਾਲ ਦੇ ਤੋਂ ਕਿੱਥੋਂ ਕਰ ਲਓਗੇ? ਉਹਨੂੰ ਕੀ ਪਤਾ ਉਸ ਚੀਜ਼ 'ਚੋਂ ਟੱਪਿਆ ਹੀ ਨਹੀਂ ਹੋਇਆ। ਲੁਧਿਆਣੇ ਸ਼ਹਿਰ 'ਚ ਸਰਜੀਤ ਪਾਤਰ ਇੱਕ ਐਡਾ ਵੱਡਾ ਨਾਮ ਹੈ, ਠੀਕ ਹੈ। ਹੋਰ ਇੱਥੇ ਗੁਰਭਜਨ ਗਿੱਲ ਐਂਡ ਕੰਪਨੀ ਹੈਗੀ ਹੈ, ਸਭ ਵਪਾਰੀ ਬਣੇ ਹੋਏ ਆ, ਸਰਕਾਰਾਂ ਦੀਆਂ ਸੋਲੇ ਗਾਉਂਦੇ ਆ, ਸਿਰਫ ਕੁਰਸੀਆਂ ਪਿੱਛੇ, ਗੱਡੀਆਂ ਪਿੱਛੇ, ਤੇਲ ਪਿੱਛੇ, ਝੂਠੇ ਸਨਮਾਨਾਂ ਪਿੱਛੇ। ਤੇ ਬਲਵਿੰਦਰ ਸੇਖੋਂ ਵਰਗਾ ਇੱਕ ਬਦਨਾਮ ਮਹਿਕਮੇ ਦਾ ਬੰਦਾ ਇਹਨਾਂ 'ਚ ਨੁਕਸ ਕੱਢਦਾ। ਮੈਨੂੰ ਅੱਜ ਤੱਕ ਕਿਸੇ ਨੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਹਾਂ ਤੂੰ ਗਲਤ ਬੋਲਦਾ। ਕਦੇ ਇਹੀ ਕਹਿ ਦੇਣ ਆਮ ਤੌਰ 'ਤੇ ਕਿ ਉਹਨੇ ਮੂਸੇਵਾਲੇ ਨੇ ਗਾਣਾ ਗਾਇਆ ਸੀ, ਚੱਜ ਦਾ ਕੰਮ ਇੱਕ ਕੀਤਾ ਮੂਸੇਵਾਲੇ ਨੇ, ਬਾਕੀ ਤਾਂ ਉਹਨੇ ਸਾਰਾ ਕੁਛ ਬੇੜਾ ਹੀ ਗਰਕ ਕੀਤਾ। ਉਹਦਾ ਆਪਣੇ ਜਿੰਨੇ ਵੀ ਉਹਨੇ ਜੋ ਗਾਇਆ, ਸਾਡੀ ਜਵਾਨੀ ਦਾ ਨੁਕਸਾਨ ਹੀ ਕੀਤਾ ਉਹਨੇ, ਕੁਰਾਹੇ ਵਾਲੇ ਪਾਸੇ ਤੋਰਿਆ। ਪਰ ਗਲਤੀ ਨਾਲ ਇੱਕ ਗਾਣਾ ਚੰਗਾ ਗਾਇਆ ਸੀ, ਪਰ ਉਹ ਰਹਿੰਦੀ ਖੁੰਦੀ ਉਹਨੇ ਕਰਤੂਤ ਉਹ ਕਰਤੀ, ਕਾਂਗਰਸ ਜੁਆਇਨ ਕਰਕੇ ਆਪਣਾ ਉਹ ਸਿਸਟਮ ਕੈਰੀਅਰ ਵੀ ਖਤਮ ਕਰ ਲਿਆ। ਮੈਂ ਕੋਈ ਉਹਨੂੰ ਬਦਦੁਆ ਨਹੀਂ ਦਿੰਦਾ ਕਿ ਉਹ ਇਲੈਕਸ਼ਨ 'ਚ ਨਾ ਜਿੱਤੇ, ਪਰ ਉਹ ਲੋਕ ਜਿਹੜਾ ਕੰਮ ਕਰ ਰਿਹਾ ਉਹਨੂੰ ਛੱਡ ਕੇ, ਜਿਹੜਾ ਤੇਰੀ ਸਿੰਗਰ ਹੈ, ਤੇਰੇ ਪਿੱਛੇ ਫੋਲੋਇੰਗ ਹੈ, ਦੁਨੀਆ ਹੈਗੀ ਹੈ, ਉਹਨੂੰ ਤੂੰ ਛੱਡ ਕੇ ਉਹ ਕੰਮ ਕਰ ਤੁਰ ਪਿਆ ਜਿਹਦੀ ਨਾ ਤੇਰੀ ਏਜ ਹੈ, ਨਾ ਤੈਨੂੰ ਉਹਦੀ ਲੋੜ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬ ਨਿਊਜ਼। ਮੈਂ ਤੁਹਾਡੇ ਨਾਲ ਖੁਸ਼ਬੂ ਸ਼ਰਮਾ। ਦੋਸਤੋ, ਮੈਂ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹਾਂ ਸਾਬਕਾ ਡੀਐਸਪੀ ਬਲਵਿੰਦਰ ਸੇਖੋਂ ਜੀ ਦੇ ਨਾਲ। ਬਖੂਬੀ ਜਾਣਦੇ ਹੋ ਤੁਸੀਂ ਉਹਨਾਂ ਨੂੰ, ਜਿਵੇਂ ਉਹ ਆਵਾਜ਼ ਚੱਕਦੇ ਨੇ, ਲਲਕਾਰ ਉਹਨਾਂ ਦੀ ਇੰਨੀ ਹੈ, ਮੈਂ ਕਹਿੰਦੀ ਹਾਂ ਕਿ ਸਾਰੇ ਜਿਹੜੇ ਲੀਡਰ ਨੇ ਨਾ ਉਹਨਾਂ ਤੋਂ ਚੱਲਦੇ ਨੇ। ਇੱਦਾਂ ਦੀ ਕੀ ਖਾਸ ਗੱਲ ਹੈ? ਮੈਂ ਉਹਨਾਂ ਦੀ ਕੋਈ ਸਾਈਡ ਲੈਣ ਨਹੀਂ ਆਈ ਹਾਂ, ਪਹਿਲੀ ਗੱਲ ਤੁਹਾਨੂੰ ਦੱਸ ਦਿੰਦੀ ਹਾਂ, ਪਰ ਹਾਂ ਉਹਨਾਂ ਦੀ ਕੀ ਸੋਚ ਹੈ ਇਸ ਚੀਜ਼ ਨੂੰ ਲੈ ਕੇ, ਕਿਉਂ ਅੱਗੇ ਵਧੇ ਨੇ, ਉਹਨਾਂ ਨਾਲ ਮੈਂ ਗੱਲਬਾਤ ਜ਼ਰੂਰ ਕਰਨ ਆਈ ਹਾਂ, ਕਿਉਂਕਿ ਸਾਡਾ ਫਰਜ਼ ਹੈ ਕਿ ਉਹਨਾਂ ਨੂੰ ਜ਼ਰੂਰ ਜਾਣੀਏ, ਉਹਨਾਂ ਨੂੰ ਬੋਲਣ ਦਾ ਮੌਕਾ ਜਿਹੜਾ ਜ਼ਰੂਰ ਦਿੱਤਾ ਜਾਵੇ। ਅਤੇ ਉਹਨਾਂ ਦੀ ਇੱਕ ਕਹਿ ਸਕਦੇ ਆਡੀਓ ਜਿਹੜੀ ਆ ਉਹ ਵਾਇਰਲ ਹੋਈ ਸੀਗੀ ਪਿੱਛੇ। ਕੀ ਉਹਦੀ ਵਜ੍ਹਾ ਸੀਗੀ? ਕੀ ਐਸਾ ਵਾਪਰ ਚੁੱਕਾ ਸੀਗਾ ਕਿ ਉਹਨਾਂ ਨੂੰ ਆਡੀਓ ਜਿਹੜੀ ਹੈ ਲੋਕਾਂ ਤੱਕ ਪਹੁੰਚਾਉਣੀ ਪੈ ਗਈ? ਪੂਰੀ ਗੱਲਬਾਤ ਕਰਾਂਗੇ। ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਕਿਵੇਂ ਹੋ ਜੀ? ਥੈਂਕ ਯੂ ਬੇਟਾ, ਗੋਡ ਬਲੈਸ ਯੂ। ਸਰ, ਮੈਂ ਪਹਿਲਾਂ ਦੱਸੋ ਸਿਹਤਾਂ ਕਿਵੇਂ ਨੇ? ਸਿਹਤ ਮੇਰੀ ਤੁਸੀਂ ਦੱਸ ਸਕਦੇ ਹੋ, ਮੇਰਾ ਖਿਆਲ ਹੈ ਮੈਂ ਠੀਕ ਹਾਂ। ਜੇ ਸਿਹਤ ਮੇਰੀ ਠੀਕ ਨਾ ਹੁੰਦੀ ਔਰ ਘੱਟੋ ਘੱਟ ਦਿਮਾਗੀ ਤੰਦਰੁਸਤੀ ਨਾ ਹੁੰਦੀ, ਤਾਂ ਇਹ ਸੰਘਰਸ਼ ਜਿਹੜਾ ਇੰਨੀ ਲੰਬੇ ਦੌਰ ਤੋਂ ਜਿਹੜਾ ਇਹ ਚੱਲ ਰਿਹਾ, ਇਹਨੂੰ ਇੱਥੋਂ ਤੱਕ ਲੈ ਕੇ ਆਉਣਾ ਬਹੁਤ ਔਖਾ ਸੀ। ਤੇ ਮੈਂ ਇਹਦੇ 'ਚ ਸ਼ੁਰੂਆਤ ਗਿਣਦਾ, ਜੋ ਲੱਗਦਾ ਕਿ ਜੇ ਕਾਫੀ ਲੰਬਾ ਚੱਲੂਗਾ, ਤਾਂ ਇਸ ਕਰਕੇ ਸਿਹਤ ਠੀਕ ਹੈ ਤਾਂ ਹੀ ਹੋ ਰਿਹਾ। ਕਿਆ ਬਾਤ ਹੈ ਜੀ, ਬਹੁਤ ਵਧੀਆ। ਅੱਛਾ, ਮੈਂ ਕਿਹਾ ਜਿੱਦਾਂ ਮੈਂ ਇੰਟਰੋ 'ਚ ਕਿਹਾ ਕਿ ਸਾਰੇ ਲੀਡਰ ਜਿਹੜੇ ਨੇ ਤੁਹਾਡੇ ਤੋਂ ਚੱਲਦੇ ਨੇ, ਕੀ ਖਾਸ ਵਜ੍ਹਾ ਇੱਦਾਂ ਦੀ? ਮੈਂ ਇਹਨਾਂ ਦੀ ਟੀਮ ਦਾ ਮੈਂਬਰ ਨਹੀਂ ਹੈਗਾ, ਮੈਂ ਇਹਨਾਂ ਦੇ ਸਿਸਟਮ ਨੂੰ ਬਿਲੋਂਗ ਨਹੀਂ ਕਰਦਾ। ਜੋ ਚੀਜ਼ਾਂ ਇਹਨਾਂ ਦੇ ਬੇਸਿਕ ਹੈਗੇ ਕਿਰਦਾਰ ਨੇ, ਜਿਹਨਾਂ ਤੇ ਇਹਨਾਂ ਦਾ ਜੋ ਢਾਂਚਾ ਖੜਾ ਹੈ, ਉਹਦੇ ਨਾਲ ਮੈਂ ਬਿਲਕੁਲ ਉਹਦੇ ਆਪੋਜ਼ਿਟ ਖੜਾ।
ਤੋ ਨੈਚੁਰਲ ਹੈ ਕਿ ਮਤਲਬ ਮੈਨੂੰ ਇਹ ਕਿਸ ਤਰੀਕੇ ਨਾਲ ਮੈਂ ਇਹਨਾਂ ਨਾਲ ਮੇਰੀ ਮੈਚਿੰਗ ਹੋ ਸਕਦੀ। ਹੁਣ ਇੱਥੇ ਦੇਖੋ ਡਿਬੇਟਸ ਚੱਲ ਰਹੀਆਂ ਲੁਧਿਆਣੇ ਵਿੱਚ, ਮੇਰੀ ਨੌਲੇਜ ਵਿੱਚ ਕੋਈ ਇਹੋ ਜਿਹੀ ਡਿਬੇਟ ਨਹੀਂ ਹੋਈ ਜਿੱਥੇ ਕੋਈ ਕੈਂਡੀਡੇਟ ਆਏ ਹੋਣ, ਖਾਸ ਤੌਰ 'ਤੇ ਇਹ ਭਾਰਤ ਭੂਸ਼ਣ ਆਸ਼ੂ। ਇੱਕ ਡਿਬੇਟ ਵਿੱਚ ਮਹੇਸ਼ ਚੰਦਰ ਗਰੇਵਾਲ ਨਾਲ ਮੇਰੀ ਮੁਲਾਕਾਤ ਹੋਈ ਸੀਗੀ। ਅਦਰਵਾਈਜ਼ ਇਹਨਾਂ ਨੇ ਆਉਣਾ ਮਤਲਬ ਬੰਦ ਕਰਤਾ, ਕਿਉਂਕਿ ਬਦਕਿਸਮਤੀ ਨਾਲ ਮੈਂ ਕੈਂਡੀਡੇਟ ਹੈਗਾ ਅਤੇ ਮੈਂ ਕੈਂਡੀਡੇਟ ਹੈਗਾ ਤਾਂ ਮੈਂ ਕਿਤੇ ਵੀ ਡਿਬੇਟ 'ਤੇ ਜਾ ਸਕਦਾ। ਮੈਨੂੰ ਇਨਵਾਈਟ ਤਾਂ ਕਰਦੀ ਨਹੀਂ, ਪ੍ਰੈਸ ਵੀ ਨਹੀਂ ਕਰਦੀ, ਪਰ ਮੈਂ ਆਪਣੇ ਇਸ ਕੰਮ ਵਾਸਤੇ ਬੰਦੇ ਜ਼ਰੂਰ ਛੱਡੇ ਹੋਏ ਕਿ ਜਿੱਥੇ ਵੀ ਕੋਈ ਡਿਬੇਟ ਹੋਵੇ ਮੈਨੂੰ ਪਤਾ ਲੱਗ ਜਾਵੇ, ਅਤੇ ਇਸ ਕਰਕੇ ਮੈਂ ਉੱਥੇ ਪਹੁੰਚਣਾ। ਇਸ ਕਰਕੇ ਇਹਨਾਂ ਨੇ ਕੰਮ ਹੀ ਬੰਦ ਕਰ ਦਿੱਤਾ। ਡਿਬੇਟ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਲੁਧਿਆਣੇ ਵਿੱਚ ਕੋਈ ਪਿੱਛੇ ਦਿਖਾਈ ਨਹੀਂ ਦਿੱਤੀ, ਬੜੇ ਸਾਰੇ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਹੋ ਰਹੀਆਂ। ਇਹ ਲੀਡਰ ਸਾਰੇ ਇੱਥੋਂ ਦੇ ਅਵਾਇਡ ਕਰਦੇ, ਕੋਈ ਸਾਰੇ ਲੀਡਰਾਂ ਬਾਰੇ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਵੈਸੇ ਤਾਂ ਮੇਰੀ ਬਦਕਿਸਮਤੀ ਹੈ ਕਿ ਪੰਜਾਬ ਦੇ ਲੀਡਰਾਂ ਬਾਰੇ ਸਾਰਿਆਂ ਬਾਰੇ ਜਾਣਦਾ, ਕਿਉਂਕਿ 32 ਸਾਲ ਦੀ ਮੇਰੀ ਨੌਕਰੀ ਹੈਗੀ ਹੈ। ਅਤੇ ਉਹਨਾਂ ਟਾਈਮਾਂ ਦੇ ਵਿੱਚ ਵੀ ਇੱਕ ਦੋ ਚੀਜ਼ਾਂ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੈਗੇ ਆ ਜਾਂ ਮਤਲਬ ਕੈਪਟਨ ਅਮਰਿੰਦਰ ਸਿੰਘ ਹੈਗੇ, ਇਹ ਵੱਡੀ ਬਜ਼ੁਰਗ ਹੈਗੇ ਆਗੂ, ਇਹਨਾਂ ਨੂੰ ਛੱਡ ਕੇ ਬਾਕੀ ਦੀ ਜਿਹੜੀ ਵੀ ਜੇ ਹੁਣ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਪੋਲੀਟੀਸ਼ੀਅਨ ਜਿਹੜੇ ਵੀ ਸੀਨੀਅਰ ਹੈਗੇ ਆ, ਉਹ ਤਕਰੀਬਨ ਸਾਡੇ ਸਾਹਮਣੇ ਹੀ ਗਰੋ ਹੋਏ ਆ। ਅਤੇ ਇਹਨਾਂ ਨੂੰ ਮੈਂ ਸਾਰਿਆਂ ਨੂੰ ਜਾਣਦਾ ਕਿ ਬੇਸਿਕਲੀ ਇਹਨਾਂ ਦੇ ਕੀ ਕਰੈਕਟਰ ਸੀ, ਕਿੱਥੋਂ ਇਹ ਉੱਠੇ ਹੋਏ ਆ, ਕਿਹੜੇ ਕਾਰੋਬਾਰ ਕਰਦੇ ਰਹੇ ਆ, ਕਿਹੜੇ ਇਹਨਾਂ ਦੇ ਵਪਾਰ ਰਹੇ ਆ। ਤਾਂ ਇਹ ਵੀ ਬੜਾ ਹੋ ਜਾਂਦਾ ਕਿ ਦੂਸਰੀ ਗੱਲ ਮੇਰੀ ਪ੍ਰੋਬਲਮ ਹੈ ਕਿ ਮੈਂ ਬੋਲਣ ਲੱਗਿਆ ਫਿਰ ਮੈਂ ਜਿਹੜਾ ਸੱਚ ਬੋਲਦਾ ਤਾਂ ਤਕਲੀਫ ਹੁੰਦੀ ਹੈ, ਤਾਂ ਉਸ ਕਰਕੇ ਮੈਥੋਂ ਟਲਦੇ ਆ ਵੀ ਨਾ। ਜਿਵੇਂ ਤੁਸੀਂ ਕਿਹਾ ਕਿ ਮੈਂ ਇਹਨਾਂ ਦੀ ਟੀਮ ਦਾ ਮੈਂਬਰ ਨਹੀਂ ਹਾਂ, ਉਹ ਕਿਉਂ ਮੈਂਬਰ ਨਹੀਂ ਹੋ? ਕੀ ਕਹਿ ਸਕਦੇ ਆ ਕਿ ਕਮੀ ਹੈ ਜਾਂ ਕੀ ਖੂਬੀ ਹੈ ਉਹਦੇ ਵਿੱਚ? ਨਹੀਂ, ਦੋਨੋਂ ਗੱਲਾਂ ਕਿਤੇ ਇਹਨੂੰ ਕਮੀ ਦੇ ਰੂਪ ਵਿੱਚ ਵੀ ਲਿਆ ਜਾ ਸਕਦਾ, ਇਹਨੂੰ ਖੂਬੀ ਦੇ ਰੂਪ ਵਿੱਚ ਵੀ ਲਿਆ ਸਕਦਾ। ਮੈਂ ਵੀ 32 ਸਾਲ ਨੌਕਰੀ ਕੀਤੀ ਹੈ। ਮੈਂ ਇਹ ਤਾਂ ਨਹੀਂ ਸੀ ਕਿ ਇਹ ਚੀਜ਼ ਅੱਜ ਆ ਗਈ ਮੇਰੇ 'ਚ। ਫਲੈਕਸੀਬਿਲਿਟੀ ਸੀਗੀ ਤਾਂ ਡਿਪਾਰਟਮੈਂਟ 'ਚ ਨੌਕਰੀ ਕੀਤੀ, ਪਰ ਫਲੈਕਸੀਬਿਲਿਟੀ ਬਹੁਤੀ ਨਹੀਂ ਸੀ, ਇਸ ਕਰਕੇ ਦਿੱਕਤਾਂ ਰਹੀਆਂ। ਮੈਂ ਪਹਿਲਾਂ ਵੀ ਪ੍ਰੋਬਲਮ ਫੇਸ ਕੀਤੀਆਂ, ਉਦੋਂ ਆਵਾਜ਼ਾਂ ਉਨੀਆਂ ਜ਼ਿਆਦਾ ਨਹੀਂ ਉੱਠੀਆਂ। ਸੋਸ਼ਲ ਮੀਡੀਆ ਦੀ ਐਡੀ ਵੱਡੀ ਤਾਕਤ ਨਹੀਂ ਸੀ, ਜਾਂ ਕੁਛ ਹਾਲਾਤ ਇਹੋ ਜਿਹੇ ਨਹੀਂ ਸੀ। ਆਪਣੇ ਹੋਰ ਏਜ ਸੀ, ਬੱਚੇ ਸੀ ਛੋਟੇ, ਕੁਛ ਚੀਜ਼ਾਂ ਉਦੋਂ ਸ਼ਾਇਦ ਕੰਪਰੋਮਾਈਜ਼ ਕੀ ਵੀ ਚੀਜ਼ਾਂ ਦੇ ਵਿੱਚੋਂ ਨਿਕਲੇ। ਤਾਂ ਹੁਣ ਜਿਹੜੀ ਹੈਗੀ ਕੁਛ ਹਾਲਾਤ ਜਦੋਂ ਇੱਥੋਂ ਤੱਕ ਆਏ ਹੋਏ ਆ, ਅਤੇ ਹੁਣ ਜਦੋਂ ਮੈਂ ਆਪਣੇ ਆਪ ਨੂੰ ਐਨਾਲਿਸਿਸ ਕੀਤਾ ਕਿ ਮੈਂ ਆਪਣੀ ਯਾਤਰਾ ਜੀਵਨ ਦੀ 'ਚ ਕਿੱਥੋਂ ਚੱਲਿਆ ਸੀ ਅਤੇ ਕਿੱਥੇ ਪਹੁੰਚਿਆ, ਅਤੇ ਫਿਰ ਮੈਂ ਸੋਚਿਆ ਕਿ ਪੰਜਾਬ ਦਾ ਬਹੁਤ ਨੁਕਸਾਨ ਹੋਇਆ, ਸਾਡੀ ਨਿਗਰਾਨੀ 'ਚ ਹੋਇਆ, ਅਸੀਂ ਵੇਖ ਰਹੇ ਹਾਂ। ਮੈਂ ਵੀ ਇੱਕ ਜ਼ਿੰਮੇਵਾਰ ਮਹਿਕਮੇ ਦੇ ਵਿੱਚ ਜ਼ਿੰਮੇਵਾਰ ਕੁਰਸੀਆਂ 'ਤੇ ਬੈਠਦਾ ਰਿਹਾ, ਅਤੇ ਬਹੁਤ ਗੁਨਾਹ ਹੈਗੇ ਜਿਹੜੇ ਸਾਡੀਆਂ ਅੱਖਾਂ ਦੇ ਸਾਹਮਣੇ ਹੋਏ, ਜਿਹੜੇ ਅਸੀਂ ਨਹੀਂ ਬੋਲੇ। ਅਤੇ ਉਹਦਾ ਪਛਤਾਤਾਪ ਕਰਨ ਦਾ ਜਿਹੜਾ ਚਾਂਸ ਜਿਹੜਾ ਹੈਗਾ ਮੈਨੂੰ, ਇਹ ਜਿਹੜਾ ਭਾਰਤ ਭੂਸ਼ਣ ਆਸ਼ੂ ਮੰਤਰੀ ਹੈ ਇਹਦੇ ਟੈਲੀਫੋਨ ਤੋਂ ਮਿਲਿਆ। ਅਤੇ ਮੈਨੂੰ ਵੀ ਉਹ ਆਡੀਓ ਵਾਇਰਲ ਹੋਈ ਸੀ ਕਿ ਤੁਸੀਂ ਉਹਨਾਂ ਦਾ ਨਾਮ ਲਿਆ, ਜਿੱਦਾਂ ਉਹਨਾਂ ਦੀ ਆਡੀਓ ਤੁਹਾਡੇ ਨਾਲ ਗੱਲਬਾਤ ਹੋ ਰਹੀ ਸੀ, ਅਤੇ ਆਡੀਓ ਤੁਸੀਂ ਪੂਰੇ ਲੁਧਿਆਣੇ ਦੇ ਵਿੱਚ ਮੈਂ ਕਹਿ ਸਕਦੀ ਹਾਂ ਕਿ ਜੀਪ ਦੇ ਉੱਤੇ ਲਗਾ ਕੇ ਘੁੰਮ ਰਹੇ ਸੀਗੇ। ਉਹ ਕੀ ਚੀਜ਼ ਸੀਗੀ, ਕੀ ਚੀਜ਼ ਹੋ ਗਈ ਸੀਗੀ ਕਿ ਇੱਦਾਂ ਦੀ ਤੁਹਾਨੂੰ ਨਾਰਾਜ਼ਗੀ ਸੀ, ਜਾਂ ਕੀ ਇੱਦਾਂ ਦਾ ਮਨ ਦੇ ਵਿੱਚ ਭਰਿਆ ਹੋਇਆ ਸੀ ਕਿ ਲੋਕਾਂ ਨੂੰ ਰੂਪ ਦਿਖਾਣਾ ਹੀ ਦਿਖਾਣਾ? ਨਹੀਂ, ਉਹਦੇ ਵਿੱਚ ਕੋਈ ਬੜਾ ਜਨਰਲ ਜੀ ਗੱਲ ਹੈ ਕਿ ਇੱਕ ਚੀਜ਼ ਜਿਹੜੀ ਇਹਨੇ, ਜਿਹੜਾ ਕਿ ਰੂਟੀਨ ਹੈ ਇਹਨਾਂ ਦਾ, ਸਾਰੇ ਪੋਲੀਟੀਸ਼ੀਅਨਾਂ ਦਾ, ਸਾਰੇ ਪਾਰਟੀਆਂ ਦਾ, ਪੁਲਿਸ ਨੂੰ ਵੀ, ਬਾਕੀ ਜਿਹੜੇ ਅਫੀਸਰ ਜਿਹੜੇ ਹੈਗੇ, ਬਿਊਰੋਕਰੇਟਸ ਹੈਗੇ, ਹਰੇਕ ਨੂੰ ਉਹਨਾਂ ਨੂੰ ਬੇਇੱਜ਼ਤੀ ਕਰਾਉਣ ਦੀ ਆਦਤ ਇਸ ਪਿੱਛੇ ਕਿ ਉਹ ਕਮਾਈਆਂ ਕਰਦੇ। ਇਸ ਕਰਕੇ ਇੱਕ ਰੂਟੀਨ ਬਣਿਆ ਹੋਇਆ, ਅਤੇ ਇਹਨਾਂ ਨੂੰ ਵੀ ਆਦਤ ਬਣੀ ਹੋਈ ਇਸ ਤਰੀਕੇ ਨਾਲ ਬੋਲਣਾ। ਮੈਂ ਤੁਹਾਨੂੰ ਦੱਸਿਆ ਸੀ ਅਸੀਂ ਪਹਿਲਾਂ ਵੀ ਪ੍ਰੋਬਲਮ 'ਚ ਰਹੇ ਹਾਂ, ਪਹਿਲਾਂ ਵੀ ਸ਼ਾਇਦ ਘੱਟ ਸੁਣਦੇ ਰਹੇ, ਪਹਿਲਾਂ ਥੋੜ੍ਹਾ ਸੁਣ ਲੈਂਦੇ ਹੋਵਾਂਗੇ, ਹੁਣ ਅੱਜ ਕੱਲ੍ਹ ਨਹੀਂ ਸੁਣਦੇ। ਤਾਂ ਉਹ ਜਿਹੜਾ ਮਤਲਬ ਇਹਨਾਂ ਦਾ ਰੂਟੀਨ ਹੈ, ਉੱਥੋਂ ਇਹ ਜਿਹੜੀ ਆਵਾਜ਼ ਉੱਠੀ ਹੈ। ਪਰ ਜੋ ਚੀਜ਼ ਜੇ ਮੈਂ ਉੱਠੀ ਖੜਿਆ, ਅਤੇ ਫਿਰ ਉਹ ਚੀਜ਼ ਜਿਹੜੀ ਲੋਕ ਦਬਾ ਕੇ ਬੈਠੇ ਆ, ਇਹੋ ਜਿਹੇ ਸੈਂਕੜੇ ਹਜ਼ਾਰਾਂ ਟੈਲੀਫੋਨ ਇਹ ਕਰਦੇ ਪੋਲੀਟੀਸ਼ੀਅਨ, ਜਿਹੜੇ ਕੋਈ ਲੋਕ ਵਿਖਾਉਂਦੇ ਨਹੀਂ ਹੈਗੇ। ਇੱਥੇ ਲੁਧਿਆਣੇ ਦੀ ਉਦਾਹਰਨ ਹੈਗੀ ਹੈ ਕਿ ਉਹ ਇੱਕ ਲੇਡੀ ਜਿਹੜੀ ਹੈਗੀ ਸੀ, DO ਸੀਗੀ, ਉਹ ਹਾਲਾਂਕਿ ਉਹਦੀ ਕੋਈ ਵਾਰਤਾਲਾਪ ਫੋਨ 'ਤੇ ਨਹੀਂ ਸੀਗੀ, ਪਰ ਉਹਦੀ ਸ਼ਰੇਆਮ ਉਹਨੇ ਇੱਕ ਔਰਤ ਦੀ, ਉਹ ਵੀ ਸਿੱਖਿਆ ਅਫਸਰ ਹੋਵੇ ਜਿਹੜੀ ਜ਼ਿਲ੍ਹੇ ਦੀ, ਅਤੇ ਇਹਨੇ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਉਹਦੀ ਪਬਲਿਕ ਦੇ ਵਿੱਚ। ਔਰਤ ਦਾ ਇੱਕ ਇਹੋ ਜਿਹਾ ਅਪਮਾਨ, ਠੀਕ ਹੈ, ਉਹ ਬਹੁਤ ਜਿਹੜਾ ਨਿੰਦਣਯੋਗ ਆ। ਹੁਣ ਉਹ ਬੋਲਦੇ ਨਹੀਂ ਹੈਗੇ, ਉਹ ਅੱਜ ਵੀ ਡਰੀ ਜਾਂਦੇ ਆ। ਪ੍ਰੋਬਲਮ ਇੱਕ ਨਹੀਂ ਨਾ ਹੈਗੀ, ਪਹਿਲਾਂ ਤਾਂ ਨੌਕਰੀ ਦੀ ਕਰਕੇ ਡਰਾਓ, ਫਿਰ ਉਹ ਤੋਂ ਬਾਅਦ ਪੈਨਸ਼ਨਾਂ ਕਰਕੇ ਡਰਾਓ, ਨਵੇਂ ਕਾਨੂੰਨ ਹੀ ਨਵੇਂ ਕੱਢਦੇ। ਹੁਣ ਤਾਂ ਇਹ ਕਹਿੰਦੇ ਵੀ ਜੇ ਤੁਸੀਂ ਆਪਦੀ ਐਕਸਪੀਰੀਅੰਸ ਦੱਸੋਗੇ, ਲਿਖੋਗੇ ਕਿਤਾਬਾਂ ਕੋਈ ਪੁਰਾਣੀਆਂ, ਜਿਵੇਂ ਪਹਿਲਾਂ ਅਫਸਰ ਲਿਖਦੇ ਰਹੇ ਆ, ਤਾਂ ਉਹਦੇ 'ਤੇ ਵੀ ਬੈਨ ਕਰ ਦਿੱਤਾ, ਜਿਹੜੀ ਹੁਣ ਗੌਰਮੈਂਟ ਆਈ ਹੈ ਸੈਂਟਰ ਦੀ, ਤਾਂ ਕਿ ਕੋਈ ਚੀਜ਼ ਬਾਹਰ ਆ ਹੀ ਨਾ ਸਕੇ। ਕਿਉਂਕਿ ਪੈਨਸ਼ਨਸ ਗੱਲ ਤਾਂ ਅਖੀਰ 'ਤੇ ਆ ਕੇ ਗੁਲਾਮੀ ਪੈਸੇ ਦੀ ਨਾ। ਤਾਂ ਮੈਂ ਹੈਰਾਨ ਹੈ ਕਿ ਜਿਹੜੇ ਹੁਣ ਲੋਕ ਜਿਹੜੇ ਅੱਜ ਤੱਕ ਦੇ ਸਾਡੇ ਪੈਨਸ਼ਨਸ ਹੈਗੇ ਆ, ਜਾਂ ਜਿਹੜੇ ਨੌਕਰੀ ਹੁਣ ਕਰ ਰਹੇ ਆ, ਸੀਨੀਅਰ ਹੋ ਕੇ ਬੈਠੇ ਆ, ਇਹਨਾਂ ਨੇ ਕਿਸ ਚੀਜ਼ ਦੀਆਂ ਤਨਖਾਹਾਂ ਲਈਆਂ, ਕਿਸ ਚੀਜ਼ ਦੀਆਂ ਪੈਨਸ਼ਨਾਂ ਲਈਆਂ, ਜਾਂ ਡਿਜ਼ਰਵ ਕਰਦੇ ਵੀ ਅਸੀਂ ਪੈਨਸ਼ਨ ਲੈਂਦੇ, ਆਪਾਂ ਸੇਵਾ ਕਰਦੇ ਹਾਂ, ਅਤੇ ਫਿਰ ਉਹ ਤੋਂ ਕਹਿੰਦੇ ਉਹ ਤੋਂ ਬਾਅਦ ਸਾਨੂੰ ਸੇਵਾ ਦਾ ਫਲ ਮਿਲੇ। ਅਤੇ ਪੰਜਾਬ ਤਾਂ ਅਸੀਂ ਬਰਬਾਦ ਕਰਤਾ ਪਿਛਲੇ 40-50 ਸਾਲਾਂ 'ਚ। ਅਤੇ ਮੈਂ ਤਾਂ ਨਹੀਂ ਚਾਹੁੰਦਾ ਕਿ ਇਸ ਤਰ੍ਹਾਂ ਦਾ ਜਿਨ੍ਹਾਂ ਦੇ ਲੋਕਾਂ ਨੇ ਬਰਬਾਦੀ 'ਚ ਜ਼ਿੰਮੇਵਾਰ ਹੋਣ, ਅਤੇ ਅੱਜ ਫਿਰ ਉਹ ਤੁਹਾਡੇ ਬੱਚਿਆਂ ਦੀ, ਜਿਹੜੇ ਹੁਣ ਯੰਗਸਟਰ ਹੈਗੇ ਆ, ਟੈਕਸ ਪੇਅਰਸ ਹੈਗੇ ਆ, ਇਹਨਾਂ ਦੀ ਕਮਾਈ ਦਾ ਹਿੱਸੇ ਨਾਲ, ਉਸ ਖੂਨ ਪਸੀਨੇ ਨਾਲ ਉਹ ਟੈਕਸਾਂ ਨੂੰ ਅਸੀਂ ਇਹਨਾਂ ਦੀਆਂ ਪੈਨਸ਼ਨਾਂ 'ਚ ਦੇ ਕੇ, ਖਾਸ ਤੌਰ 'ਤੇ ਪੋਲੀਟੀਸ਼ਨਾਂ ਦੀਆਂ, ਅਜੇ ਫਿਰ ਕਿਸੇ ਮੁਲਾਜ਼ਮ ਨੇ ਤਾਂ ਕੋਈ ਕੰਮ ਕੀਤਾ, ਅਤੇ ਜਿਹੜੇ ਇਹ ਹੈਗੇ ਇਹਨਾਂ ਤਾਂ ਬਰਬਾਦ ਹੀ ਕੀਤਾ ਪੋਲੀਟੀਸ਼ੀਅਨ ਨੇ। ਅਤੇ ਪੈਨਸ਼ਨਾਂ ਇਹਨਾਂ ਦੀਆਂ 4-4 5-5, ਤਾਂ ਪੈਨਸ਼ਨਾਂ ਤਾਂ ਸਾਰੀਆਂ ਗਲਤ ਆ, ਪਰ ਜਿਹੜੀਆਂ ਇਹਨਾਂ ਦੀਆਂ ਹੈਗੀਆਂ ਉਹ ਤਾਂ ਬਿਲਕੁਲ ਹੀ ਨਜਾਇਜ਼ ਆ। ਤੁਸੀਂ ਵੇਖੋ 25 ਸਾਲ ਦੇ ਵੀ ਇਲੈਕਟ ਹੋ ਜਾਂਦੇ। ਹੁਣ 25 ਸਾਲ ਉਮਰ ਕਿਉਂ ਲੈ ਕੇ ਆਏ ਇਹ? ਕਿਉਂਕਿ ਇਹਨਾਂ ਨੇ ਆਪਦੇ ਪੁੱਤ ਪੋਤੇ ਵਾੜਨੇ ਵਿੱਚ। 25 ਸਾਲ ਬਾਅਦ ਕੋਈ ਐਲੀਜੀਬਿਲਿਟੀ ਬਣਦੀ ਨਹੀਂ ਗੀ। 25 ਸਾਲ ਦਾ ਜਿਹੜਾ ਬੱਚਾ ਹੈ ਉਹ ਕਿਵੇਂ ਲੀਡ ਕਰ ਸਕਦਾ ਕਿਸੇ ਨੂੰ ਐਜ਼ ਏ ਲੀਡਰ? ਅਦਰਵਾਈਜ਼ ਕੁਆਲਿਟੀਜ਼ ਹੁੰਦੀਆਂ, ਪਰ ਉਹ ਨਿਖਰਦੀਆਂ ਸਮਾਂ ਪਾ ਕੇ।
ਮੈਂ ਆਉਣ ਵਾਲੇ ਸਮੇਂ 'ਚ ਜਿਹੜੀ ਹੈਗੀ ਹੈ ਐਡਵਾਈਸ ਵੀ ਕਰੂੰਗਾ, ਆਪਣੀ ਬੁੱਧੀ ਮੁਤਾਬਕ ਜਾਂ ਸਲਾਹ ਵੀ ਦੇਣਾ ਇਹ ਚਾਹੁੰਦਾ ਕਿ ਪੋਲਿਟਿਕਸ 'ਚ ਆਉਣ ਦੀ ਉਮਰ ਘੱਟੋ ਘੱਟ 50 ਸਾਲ ਹੋਣੀ ਚਾਹੀਦੀ ਹੈ, ਔਰ 70 ਤੋਂ ਵੱਧ ਨਹੀਂ ਹੋਣੀ ਚਾਹੀਦੀ। 2 ਵਾਰ ਤੋਂ ਵੱਧ ਕੋਈ ਵੀ ਕੰਟੈਸਟ ਨਾ ਕਰੇ ਇਲੈਕਸ਼ਨ, ਜੇ ਕੋਈ ਜਿੱਤਦਾ ਤਾਂ 2 ਵਾਰੀ ਤੋਂ ਵੱਧ, ਜਿਵੇਂ ਅਮਰੀਕਾ ਦਾ ਸੋ ਸਿਸਟਮ ਤੁਸੀਂ ਉਹ ਡਬਲ ਹੀ ਕਰ ਦਿੱਤਾ ਕਿ 25 ਤੋਂ 50 ਹੋਣੀ ਚਾਹੀਦੀ ਹੈ ਕਿ 25 ਨਹੀਂ ਹੋਣੀ ਚਾਹੀਦੀ। ਇਹ ਬਿਲਕੁਲ ਸਮਝ ਆਇਆ ਨਹੀਂ। ਲਾਈਫ ਦਾ ਤਜਰਬਾ ਕੀ ਹੈ, ਉਹ 25 ਸਾਲ ਤੁਹਾਨੂੰ ਲਾਈਫ ਸਿਖਾਉਂਦੀ ਹੈ, ਹੋਰ ਕੋਈ ਯੂਨੀਵਰਸਿਟੀ ਤਾਂ ਨਹੀਂ ਬੰਦਾ ਪੜ੍ਹਦਾ। ਲਾਈਫ ਜਿਹੜੀ ਡੇਲੀ ਇੱਕ ਯੂਨੀਵਰਸਿਟੀ ਜਿਹਦੇ 'ਚ ਅਸੀਂ ਪੜ੍ਹਦੇ ਹਾਂ, ਤਾਂ 50 ਸਾਲ ਤੱਕ ਜਿਹੜਾ ਬੰਦਾ ਲਾਈਫ ਦੀ ਯੂਨੀਵਰਸਿਟੀ 'ਚ ਪੜ੍ਹ ਲੈਂਦਾ ਹੈ, ਉਹ ਇਸ ਐਲੀਜੀਬਿਲਟੀ ਹੋ ਜਾਂਦਾ, ਉਹ ਫੈਮਿਲੀ ਆਪਣੀ ਸੰਭਾਲੀ ਬੈਠਾ ਹੁੰਦਾ, ਬੱਚੇ ਵੱਡੇ ਹੋ ਗਏ ਹੁੰਦੇ ਆ, ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਉਹਨੂੰ ਕੋਲ ਤਜਰਬਾ ਹੁੰਦਾ। ਉਹ ਤੋਂ ਬਾਅਦ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਦੂਜੇ ਵਾਸਤੇ ਕੁਝ ਭਲਾ ਕਰ ਸਕੇ। ਜਿਵੇਂ ਮੈਨੂੰ ਹੁਣ ਤੁਹਾਨੂੰ ਵੇਖ ਕੇ ਤਕਲੀਫ ਹੁੰਦੀ ਵੀ ਬੱਚਿਆਂ ਦਾ ਨੁਕਸਾਨ ਹੋ ਗਿਆ, ਤੇ ਇੱਕ 30 ਸਾਲ ਦੇ ਬੰਦੇ ਤੋਂ ਕਿੱਥੋਂ ਐਕਸਪੈਕਟ ਕਰ ਲਾਂਗੇ, ਤੁਸੀਂ 35 ਸਾਲ ਦੇ ਤੋਂ ਕਿੱਥੋਂ ਕਰ ਲਓਗੇ, ਉਹਨੂੰ ਕੀ ਪਤਾ ਉਸ ਚੀਜ਼ 'ਚੋਂ ਟੱਪਿਆ ਹੀ ਨਹੀਂ ਹੋਏਗਾ। ਤੋ ਦਿਸ ਇਜ਼ ਦੀ ਰੀਜ਼ਨ ਕਿ ਜਿਹੜੀ ਪੋਲਿਟਿਕਸ ਹੈ ਆਫਟਰ ਆਲ ਇਹਦੀ ਗਾਂ ਵੀ ਖਤਮ ਹੋਣੀ ਚਾਹੀਦੀ ਹੈ। ਇਹ ਹੁਣ 90 95 ਸਾਲ ਦੇ ਬਾਦਲ ਸਾਹਿਬ ਹੈ, 80 ਸਾਲ ਤੋਂ ਟੱਪ ਗਏ, ਰਾਮੂ ਵਾਲੀਆ ਸਾਹਿਬ ਹੈ, ਹੋਰ ਬੜੇ ਲੀਡਰ ਜਿਹੜੇ 80 ਸਾਲ ਤੋਂ ਉੱਪਰ ਹੈਗੇ ਆ, ਤੇ ਇਹਨਾਂ ਨੂੰ ਹੁਣ ਸ਼ਾਂਤੀ ਕਰ ਲੈਣੀ ਚਾਹੀਦੀ ਹੈ। ਇਹਨਾਂ ਨੇ ਕੋਈ ਕਸਰ ਵੀ ਨਹੀਂ ਛੱਡੀ ਹੋਈ, ਕੋਈ ਲੁੱਟਣ ਪੱਟਣ ਤੋਂ, ਕੋਈ ਪੰਜਾਬ ਬਰਬਾਦੀ 'ਚ ਸਭ ਤੋਂ ਵੱਡੇ ਰੋਲ ਰਹੇ ਇਹਨਾਂ ਦੇ। ਤੇ ਹੁਣ ਵੀ ਮਤਲਬ ਜੇ ਆਪਾਂ ਇਹਨਾਂ ਚੀਜ਼ਾਂ ਤੋਂ ਬਾਹਰ ਨਹੀਂ ਆਉਂਦੇ ਤਾਂ ਉਹ ਇੱਕ ਲਾਅ ਬਣਨੇ ਚਾਹੀਦੇ। 50 ਸਾਲ ਤੋਂ ਜਿਹੜਾ ਘੱਟ ਹੈ ਉਹ ਨਹੀਂ ਲਾਅ ਹੋਣਾ ਚਾਹੀਦਾ, ਤੇ 70 ਤੋਂ ਵੱਧ ਨਹੀਂ ਹੋਣਾ ਚਾਹੀਦਾ। ਤੇ ਜਿਵੇਂ ਬਾਕੀ ਅਮਰੀਕਾ ਵਰਗੇ ਕੰਟਰੀਜ਼ ਦੇ ਵਿੱਚ ਹੈਗਾ, ਜਿੰਨਾ ਮਰਜ਼ੀ ਕਾਬਲ ਹੋਵੇ 2 ਵਾਰੀ ਤੋਂ ਵੱਧ ਤਾਂ ਬਣਾਉਂਦੇ ਹੀ ਨਹੀਂ ਉਹ। ਤੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇੱਥੇ ਵੀ ਇੰਪਲੀਮੈਂਟ ਹੋਣੀ ਚਾਹੀਦੀਆਂ, ਤਾਂ ਉਹਦੇ ਨਾਲ ਆਉਣ ਵਾਲੇ ਸਮੇਂ 'ਚ ਸੁਧਾਰ ਆਊਗਾ। ਪਰ ਕਿਉਂਕਿ ਸਾਡਾ ਇਹ ਪੱਧਰ ਜਿਹੜਾ ਬਹੁਤ ਨੀਵਾਂ ਚਲਾ ਗਿਆ, ਇਹਦੇ ਵਾਸਤੇ ਬਹੁਤ ਜਿਹੜੀ ਹੈਗੀ ਸੰਘਰਸ਼ਾਂ ਦੀ ਲੋੜ ਪੈਣੀ ਹੈ। ਪਰ ਹਮੇਸ਼ਾ ਹੀ ਕਿਸੇ ਇੱਕ ਦੀਵੇ ਤੋਂ ਜਾਂ ਇੱਕ ਜੋਤ ਤੋਂ ਹੀ ਜਿਹੜੀਆਂ ਵੱਡੀਆਂ ਲਾਈਟਾਂ ਜਗੀਆਂ। ਤਾਂ ਹੋ ਸਕਦਾ, ਮੈਨੂੰ ਕਦੇ ਕਦੇ ਲੱਗਦਾ ਹੁੰਦਾ ਕਿ ਮੈਂ ਜਿਸ ਤਰ੍ਹਾਂ ਇੱਕ ਬਦਨਾਮ ਮਹਿਕਮੇ ਦੇ ਵਿੱਚ, ਪੁਲਿਸ ਦੇ ਮਹਿਕਮੇ ਨੂੰ ਤਾਂ ਵੈਸੇ ਬਦਨਾਮ ਕਿਹਾ ਜਾਂਦਾ, ਇਸ ਡਿਪਾਰਟਮੈਂਟ ਵਿੱਚੋਂ ਨਿਕਲ ਕੇ ਪਹਿਲੀ ਗੱਲ ਤਾਂ 3-4 ਸਾਲਾਂ 'ਚ ਮੈਨੂੰ ਇਹੀ ਜਵਾਬ ਦਿੰਦੇ, ਮਤਲਬ ਹੋ ਗਿਆ, ਪੁੱਛ ਲੈਂਦੇ ਆਮ ਤੌਰ 'ਤੇ, ਤੁਸੀਂ ਬਹੁਤ ਇਮਾਨਦਾਰ, ਤੁਸੀਂ ਇਮਾਨਦਾਰ ਰਹੇ ਹੋ, ਤੁਸੀਂ ਕਦੇ ਰਿਸ਼ਵਤ ਨਹੀਂ ਲਈ। ਮੈਂ ਕਿਹਾ ਮੈਂ ਕਰਪਟ ਸਿਸਟਮ ਦਾ ਜੇ ਹਿੱਸਾ ਰਿਹਾ ਤਾਂ ਮੈਂ ਕਿਵੇਂ ਕਲੇਮ ਕਰ ਲਾਂ ਕਿ ਮਤਲਬ ਮੈਂ ਇਮਾਨਦਾਰ ਹਾਂ। ਹਾਂ, ਮੈਂ ਇਹ ਕਹਿ ਸਕਦਾ ਕਿ ਮੈਂ ਭ੍ਰਿਸ਼ਟ ਨਹੀਂ ਹੈਗਾ, ਕਿਉਂਕਿ ਜੇ ਮੇਰੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੁੰਦੇ ਜਾਂ ਮੈਂ ਕੋਈ ਇਹੋ ਜਿਹੇ ਧੱਕੇ ਕੀਤੇ ਹੁੰਦੇ ਤਾਂ ਮੇਰੇ 20 ਲੋਕ ਮੇਰੇ ਖਿਲਾਫ ਖੜੇ ਹੋ ਜਾਣੇ ਸੀ ਹੁਣ ਤੱਕ। ਫਿਰ ਉਹ ਸਟੇਟ ਖੜੇ ਕਰ ਲੈਂਦੀ, ਲੋਕ ਨਾ ਖੜੇ ਹੁੰਦੇ, ਸਟੇਟ ਖੜੇ ਕਰ ਲੈਂਦੀ, ਕਿ ਸਟੇਟ ਦਾ ਪ੍ਰੋਬਲਮ ਹੈ ਮੇਰੀ। ਤੇ ਜੇ ਮੈਂ ਨਹੀਂ ਇਸ ਤਰ੍ਹਾਂ ਦੀ ਚੀਜ਼ਾਂ 'ਚ ਇੰਡਲਜ ਸੀਗਾ, ਤਾਂ ਹੀ ਮੇਰਾ ਸਬੂਤ ਇਹ ਹੈ ਕਿ ਸਟੇਟ ਨੇ 3 ਸਾਲਾਂ 'ਚ ਮੇਰਾ ਕੁਝ ਨਹੀਂ ਵਿਗਾੜ ਸਕੀ। ਇਸ ਕਰਕੇ ਮੇਰਾ ਗਲਤ ਹੁੰਦਾ ਤਾਂ ਇਹ ਮਤਲਬ ਇੱਕ ਜਵਾਬ ਹੈ ਉਹਨਾਂ ਲੋਕਾਂ ਨੂੰ ਜਿਹੜੇ ਵਾਰ-ਵਾਰ ਪੁੱਛਦੇ ਆ ਕਿ ਮੈਂ ਇਮਾਨਦਾਰ ਰਿਹਾ ਕਿ ਨਹੀਂ। ਮੈਂ ਕਦੇ ਵੀ ਨਹੀਂ ਕਹਿੰਦਾ, ਕਿਉਂ ਕਿ ਜਦੋਂ ਸਿਸਟਮ ਕਰਪਟ ਦਾ ਤੁਸੀਂ ਹਿੱਸਾ ਹੋ, ਤੇ ਪੈਸੇ ਲੈਣ ਨੂੰ ਥੋੜ੍ਹਾ ਕਰਪਸ਼ਨ ਕਿਹਾ ਜਾਂਦਾ। ਕਰਪਸ਼ਨ ਤਾਂ 20 ਤਰ੍ਹਾਂ ਦੀ ਹੁੰਦੀ ਹੈ। ਉਸ ਦੇ ਵਿੱਚ ਜੋ ਵੀ ਇਸ ਟਾਈਮ ਬੈਠਾ ਆਦਮੀ, ਜਿਹੜੀ ਮਰਜ਼ੀ ਕੁਰਸੀ 'ਤੇ ਬੈਠਾ, ਭਾਵੇਂ DGP ਹੈ, ਭਾਵੇਂ ਚੀਫ ਸੈਕਟਰੀ ਹੈ, ਭਾਵੇਂ ਪੋਲੀਟੀਸ਼ੀਅਨ ਹੈ, ਇੱਕ ਬੰਦਾ ਵੀ ਇਮਾਨਦਾਰ ਨਹੀਂ। ਮੈਨੂੰ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਵੀ ਸਭ ਦੇ ਸਭ ਬੇਈਮਾਨ ਤੇ ਕਰਪਟ ਹੈ, ਸਮੇਤ ਮੇਰੇ। ਤੁਸੀਂ ਜਿੱਦਾਂ ਕਿਹਾ ਕਿ ਮੈਨੂੰ ਡਰ ਨਹੀਂ ਹੈ, ਪਰ ਆਵਾਜ਼ ਤਾਂ ਵੀ ਚੱਕਦੇ ਰਹੇ ਸੀਗੇ। ਪਰਿਵਾਰ ਨਾਲ, ਤੁਹਾਡਾ ਵੀ ਪਰਿਵਾਰ ਹੈ, ਇਸ ਚੀਜ਼ ਦਾ ਕਦੇ ਉਹ ਨਹੀਂ ਹੋਇਆ ਕਿ ਮੇਰੇ ਪਰਿਵਾਰ ਕਰਕੇ ਮੈਂ ਚੁੱਪ ਕਰ ਜਾਂ? ਇਹ ਚੀਜ਼ ਕਿਉਂ, ਮਤਲਬ ਮੈਂ ਕਹਿ ਰਹੀ ਹਾਂ ਤੁਹਾਡੇ ਅੰਦਰੋਂ ਦੱਬ ਕੇ ਕਿਉਂ ਨਹੀਂ ਰਹਿ ਰਹੀ? ਤੁਸੀਂ ਕਿਉਂ ਨਹੀਂ ਆ ਬਰਦਾਸ਼ਤ ਕਰ ਪਾ ਰਹੇ ਸੀ? ਇਹ ਕੁਛ ਚੀਜ਼ਾਂ ਇਹ ਬਿਲਡ ਪਰਮਾਤਮਾ ਬਣਾਉਂਦਾ, ਇਹਦੇ ਬਾਰੇ ਕੁਝ ਮੈਂ ਐਨਾਲਿਸਿਸ ਕਰਾਂ ਤਾਂ ਇਹਦੇ ਮੈਨੂੰ ਆਨਸਰ ਸ਼ਾਇਦ ਨਾ ਆਵੇ। ਪਰ ਕੁਛ ਲੋਕ ਡਿਫਰੈਂਟ ਹੁੰਦੇ ਆ। ਮੇਰੇ ਘਰ ਵਿੱਚ ਜਿਹੜੇ ਬੱਚੇ ਆ ਤਾਂ ਉਹਨਾਂ ਨੂੰ ਵੀ ਜਿਹੜੀ ਹੈਗੀ ਕੋਈ ਦਿੱਕਤ ਨਹੀਂ ਮੇਰੇ ਨਾਲ ਹੈਗੀ, ਤਾਂ ਹੀ ਮੈਨੂੰ ਸੌਖਾ ਹੈ ਨਾ। ਹੁਣ ਆਫਟਰ ਆਲ ਇੱਥੋਂ ਦੇ ਬੱਚੀ ਬੇਟੀ ਜਿਹੜੀ ਬਹੁਤ ਵਧੀਆ ਐਜੂਕੇਸ਼ਨ ਲੈ ਰਹੀ ਸੀ, ਦਿੱਲੀ ਯੂਨੀਵਰਸਿਟੀ ਪੜ੍ਹ ਰਹੀ ਸੀਗੀ, ਬੇਟਾ ਵੀ ਮਤਲਬ ਦੇਹਰਾਦੂਨ ਤੋਂ ਪੜ੍ਹ ਕੇ ਆਇਆ ਹੋਇਆ ਸੀਗਾ, ਤੇ ਸਭ ਕੁਛ ਜੇ ਵੇਖਿਆ ਜਾਂਦਾ। ਪਰ ਮੈਨੂੰ ਦਿਖਾਈ ਦੇ ਰਿਹਾ ਸੀ, ਪਹਿਲੀ ਗੱਲ ਤਾਂ ਫਿਊਚਰ ਇਹ ਹੈ ਕਿ ਤੁਸੀਂ ਪਹਿਲਾਂ ਉਹਨਾਂ ਨੂੰ ਜਾਨ ਬਚਾ ਸਕਦੇ ਹੋ, ਉਹਦੀ ਸੇਫਟੀ ਹੈਗੀ ਹੈ, ਫਿਰ ਉਹ ਤੋਂ ਬਾਅਦ ਅਗਲੀਆਂ ਗੱਲਾਂ। ਨਹੀਂ ਤਾਂ ਉਹ ਵੀ ਕੰਪੀਟੀਸ਼ਨਾਂ ਜਾ ਕੇ IAS PCS ਨਿਕਲ ਸਕਦੇ ਸੀ ਬੱਚੇ, ਇੰਟੈਲੀਜੈਂਟ ਸੀ, ਐਸੀ ਥੋੜ੍ਹਾ ਗੱਲ ਸੀਗੀ। ਪਰ ਜਿਹੜੀ ਜਾਨ ਦੀ ਸੇਫਟੀ ਉਹ ਜ਼ਿਆਦਾ ਵੱਡੀ ਹੈ। ਮੇਰਾ ਜਿਹੜਾ ਇਹ ਪੰਗਾ ਜਿਹੜਾ ਪੈ ਗਿਆ, ਉਹ ਸਿਸਟਮ ਨਾਲ ਪੈ ਗਿਆ ਕਿ ਇੰਨੇ ਕਰੂਅਲ ਔਰ ਨੀਵੇਂ ਪੱਧਰ ਦੇ ਲੋਕ ਹੈ, ਹਰ ਤਰ੍ਹਾਂ ਦਾ ਤੁਹਾਡੇ 'ਤੇ ਵਾਰ ਕਰ ਸਕਦੇ ਆ। ਬਿਲਕੁਲ, ਆਡੀਓ ਜਿਹੜੀ ਵਾਇਰਲ ਹੋਈ ਸੀ ਉਹਦੇ 'ਚ ਸਾਫ਼ ਕਿਹਾ ਜਾ ਰਿਹਾ ਸੀਗਾ ਕਿ ਮੈਂ ਮੰਤਰੀ ਹਾਂ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਿਸੇ ਤਰ੍ਹਾਂ ਵੀ ਢਾਲ ਸਕਦੇ ਨੇ। ਮਿੱਧ ਕੇ ਰੱਖ ਦਿਆਂਗੇ, ਲਫ਼ਜ਼ ਕੀਤਾ ਸੀ। ਮਿੱਧ ਕੇ ਰੱਖਣੇ ਦਾ ਪਰਪਸ ਇਹ ਹੁੰਦਾ ਵੀ ਤੁਹਾਨੂੰ ਕ੍ਰਸ਼ ਕਰ ਦਿਆਂਗੇ। ਕ੍ਰਸ਼ ਦੇ ਵਿੱਚ ਸਾਰਾ ਕੁਝ ਆ ਜਾਂਦਾ। ਤਾਂ ਅਸੀਂ ਮੈਂ ਆਪਣਾ ਜਿੰਨਾ ਕੁ ਪ੍ਰੀਵੈਂਟਿਵ ਕਰਨਾ ਬਣਦਾ ਸੀ ਮੇਰਾ, ਉਹ ਮੈਂ ਕੀਤਾ, ਬੱਚਿਆਂ ਨੂੰ ਆਪਣਾ ਬਾਹਰ ਕੀਤਾ। ਕਿਉਂਕਿ ਜੋ ਮਰਜ਼ੀ ਮੈਂ ਜਿੰਨਾ ਮਰਜ਼ੀ ਸਟਰੋਂਗ ਹੋਵਾਂ, ਬੱਚੇ ਮਾਂ ਬਾਪ ਦੀ ਕਮਜ਼ੋਰੀ। ਆਡੀਓ ਵਾਇਰਲ ਹੋਣ ਤੋਂ ਬਾਅਦ ਸਿਸਟਮ ਵੱਲੋਂ ਕਿਸੇ ਤਰ੍ਹਾਂ ਦੀ ਮਦਦ ਜਾਂ ਕਿਸੇ ਤਰ੍ਹਾਂ ਦਾ ਕਹਿ ਸਕਦੇ ਆ ਕਿ ਤੁਹਾਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਟੈਨਸ਼ਨ ਨਾ ਲਓ, ਕੁਝ ਵੀ ਕਿਸੇ ਤਰ੍ਹਾਂ ਦੀ ਵੀ ਰਾਹਤ? ਨਹੀਂ, ਸਿਸਟਮ ਤਾਂ ਦੇਖੋ, ਸਿਸਟਮ ਕੀ ਹੈ। ਤੁਸੀਂ ਆਪਾਂ ਕਹਿੰਦੇ ਸਰਕਾਰ ਨਾਲ ਮੇਰੀ ਪ੍ਰੋਬਲਮ, ਸਰਕਾਰ ਕੀ ਹੈ? ਸਰਕਾਰ ਕੋਈ ਇੰਡੀਵਿਜੂਅਲ ਕੋਈ ਬਾਡੀ ਥੋੜ੍ਹਾ ਹੈਗੀ ਹੈ। ਇਹੀ ਲੋਕ ਸਰਕਾਰ ਨੇ ਜਿਨ੍ਹਾਂ ਤੋਂ ਉਮੀਦ ਸੀ ਕਿ ਉਹ ਕੁਝ ਚੰਗਾ ਤੁਸੀਂ ਕਰਨਗੇ। ਸੱਚ ਦਾ ਜਿਹੜਾ ਸੱਚਾਈ ਵਾਲਾ ਬੰਦਾ ਉਹ ਮਿੱਧਿਆ ਜਾ ਰਿਹਾ। ਇਹ ਚੀਜ਼ ਦੇਖ ਕੇ ਕੁਝ ਹੁੰਦਾ ਨਹੀਂ ਕਿ ਸੱਚਾਈ ਜਿਹੜੀ ਆ ਲੁਕਣੀ ਨਹੀਂ ਚਾਹੀਦੀ, ਤੇ ਉਹੀ ਆਪਾਂ ਬੱਚਿਆਂ ਨੂੰ ਵੀ ਪੜ੍ਹਾਉਂਦੇ ਆ ਕਿ ਸੱਚਾਈ ਤੇ ਰਾਹ ਤੇ ਚੱਲੋ, ਪਰ ਦੇਖ ਰਹੇ ਹਾਂ ਕਿ ਸੱਚਾਈ ਨੂੰ ਤਾਂ ਕਹਿ ਸਕਦੇ ਆ ਕਿ ਬੋਲਣ ਦਾ ਮੌਕਾ ਹੀ ਨਹੀਂ ਮਿਲ ਰਿਹਾ। ਨਹੀਂ, ਮੈਂ ਬਹੁਤ ਬੋਲ ਰਿਹਾ। ਮੈਂ ਤੁਸੀਂ ਬਹੁਤ ਬੋਲ ਰਹੇ ਹੋ, ਮੈਂ ਗੱਲ ਬਿਲਕੁਲ ਸਮਝ ਰਹੀ ਹਾਂ, ਪਰ ਫਿਰ ਵੀ ਕਿਸ ਤਰ੍ਹਾਂ? ਹਾਂਜੀ, ਹੁਣ ਮਿੱਧ ਕੇ ਰੱਖਣ ਨੂੰ ਗੱਲ ਕੀਤੀ ਸੀ, ਇਹਨਾਂ ਤੋਂ ਮੈਂ ਮਿੱਧਿਆ ਨਹੀਂ ਗਿਆ ਗਾ।
ਸੱਚਾਈ ਦੀ ਤੁਸੀਂ ਗੱਲ ਕਰ ਰਹੇ ਹੋ, ਮੈਂ ਬੋਲਣੋਂ ਨਹੀਂ ਹਟ ਰਿਹਾ। ਤਾਂ ਬਹੁਤ ਸਾਰੇ ਤੁਹਾਡੇ ਤੇ ਪਰਚੇ ਵੀ ਪਾਏ ਗਏ ਨੇ, ਉਹਨਾਂ ਬਾਰੇ ਜ਼ਰੂਰ ਜ਼ਿਕਰ ਕਰੋ। ਹਾਂ, ਕੇਸ ਤਾਂ ਇਹਨਾਂ ਨੇ ਮੇਰੇ 'ਤੇ ਜਿਹੜਾ ਹੁਣ ਜਿਹੜੇ ਪਹਿਲਾਂ ਤਾਂ ਸਾਡੇ ਸੰਘਰਸ਼ ਦੇ ਵਿੱਚ ਜਦੋਂ ਵੀ ਕਿਤੇ ਬੋਲਦੇ ਰਹੇ, ਸਾਡਾ ਅਫਸਰਾਂ ਕੋਲ ਜਿਹੜਾ ਕੋਈ ਤਰੀਕਾ ਹੁੰਦਾ ਹੈ ਜਾਂ ਕੋਈ ਵੀ ਕੇਸ ਰਜਿਸਟਰ ਕਰ ਦਿਓ, ਆਪਣੇ ਆਪ ਮਿੰਨਤਾਂ ਕਰਦਾ ਫਿਰ ਉਹ ਸਸਪੈਂਡ ਕਰ ਦਿਓ। ਉਹ ਜਿਹੜੇ ਪਹਿਲਾਂ ਜਿਹੜੀਆਂ ਹੋਈਆਂ ਉਹ ਲੰਬੀਆਂ ਕਹਾਣੀਆਂ ਇਹਨਾਂ ਨੇ ਕੀਤਾ, ਉਹ ਨਿਕਲ ਗਏ, ਟਰਾਇਲ ਵੀ ਹੋਏ, ਕੋਰਟਾਂ ਦੇ ਵਿੱਚ ਬਰੀ ਹੋਇਆ ਵਾ, ਮੇਰੇ 'ਤੇ ਕੋਈ ਇਲਜ਼ਾਮ ਸਾਬਤ ਅੱਜ ਤੱਕ ਨਹੀਂ ਹੋਇਆ। ਪਰ ਕਿਉਂਕਿ ਆਵਾਜ਼ ਉਠਾਉਂਦੇ ਰਹੇ ਆ, ਇਸ ਕਰਕੇ ਸਜ਼ਾ ਪਹਿਲਾਂ ਵੀ ਮਿਲਦੀ ਰਹੀ ਹੈ। ਰੀਸੈਂਟਲੀ ਇਹਨਾਂ ਨੇ 295 ਦਾ ਇੱਕ ਪਰਚਾ ਦਰਜ ਕੀਤਾ ਸੀ ਮੇਰੇ 'ਤੇ, ਜਿਹੜਾ ਕਿ ਆਮ ਤੌਰ 'ਤੇ ਉਹਨੇ ਮੂਸੇ ਵਾਲੇ ਨੇ ਗਾਣਾ ਗਾਇਆ ਸੀ, ਚੱਜ ਦਾ ਕੰਮ ਇੱਕ ਕੀਤਾ ਮੂਸੇ ਵਾਲੇ ਨੇ, ਬਾਕੀ ਤਾਂ ਉਹਨੇ ਸਾਰਾ ਕੁਛ ਬੇੜਾ ਹੀ ਗਰ ਕੀਤਾ। ਉਹਦਾ ਆਪਣੇ ਜਿੰਨੇ ਵੀ ਉਹਨੇ ਜੋ ਗਾਇਆ, ਸਾਡੀ ਜਵਾਨੀ ਦਾ ਨੁਕਸਾਨ ਹੀ ਕੀਤਾ ਉਹਨੇ, ਕੁਰਾਹੇ ਵਾਲੇ ਪਾਸੇ ਤੋਰਿਆ। ਪਰ ਗਲਤੀ ਨਾਲ ਇੱਕ ਗਾਣਾ ਚੰਗਾ ਗਾਇਆ ਸੀ, ਪਰ ਉਹ ਰਹਿੰਦੀ ਖੁੰਦੀ ਉਹਨੇ ਕਰਤੂਤ ਉਹ ਕਰਤੀ, ਉਹ ਕਾਂਗਰਸ ਜੁਆਇਨ ਕਰਕੇ ਆਪਣਾ ਉਹ ਸਿਸਟਮ ਕੈਰੀਅਰ ਵੀ ਖਤਮ ਕਰ ਲਿਆ। ਮੈਂ ਕੋਈ ਉਹਨੂੰ ਬਦਦੁਆ ਨਹੀਂ ਦਿੰਦਾ ਕਿ ਉਹ ਇਲੈਕਸ਼ਨ 'ਚ ਨਾ ਜਿੱਤੇ, ਪਰ ਉਹ ਲੋਕ ਜਿਹੜਾ ਕੰਮ ਕਰ ਰਿਹਾ ਉਹਨੂੰ ਛੱਡ ਕੇ, ਜਿਹੜਾ ਤੇਰੀ ਸਿੰਗਰ ਹੈ, ਤੇਰੇ ਪਿੱਛੇ ਫੋਲੋਇੰਗ ਹੈ, ਦੁਨੀਆ ਹੈਗੀ ਹੈ, ਉਹਨੂੰ ਤੂੰ ਛੱਡ ਕੇ ਉਹ ਕੰਮ ਕਰ ਤੁਰ ਪਿਆ, ਜਿਹਦੀ ਨਾ ਤੇਰੀ ਏਜ ਹੈ ਨਾ ਤੈਨੂੰ ਉਹਦੀ ਲੋੜ ਹੈ। ਹਾਂ, ਉਹਦੇ 'ਤੇ ਵੀ ਪਰਚੇ ਦਰਜ ਕਰਾਏ, ਹੋ ਸਕਦਾ ਉਹਦੀ ਕੋਈ ਮਜਬੂਰੀ ਹੋਵੇ। ਤਾਂ ਗੱਲ ਇਹ ਹੈ ਵੀ ਜਿਹੜਾ ਬੰਦਾ ਜਿਸ ਜਗ੍ਹਾ 'ਤੇ ਬੈਠਾ ਹੈ, ਜਿਹੜਾ ਕੁਛ ਕਰ ਸਕਦਾ ਹੈ, ਉਹ ਜੇ ਉਸ ਚੀਜ਼ ਨੂੰ ਡਿਲੀਵਰ ਕਰੇ ਤਾਂ ਜ਼ਿਆਦਾ ਬੈਟਰ ਹੁੰਦਾ। ਅਤੇ ਉਹਦੇ ਵਿੱਚ ਜਿਹੜੇ ਵੀ ਸਾਡੇ ਬੁੱਧੀਜੀਵੀ ਆ, ਸਾਡੇ ਸਿਆਣੇ ਲੋਕ ਹੈਗੇ ਆ, ਜਿਹਨੂੰ ਆਪਾਂ ਸਟੇਟ ਦੇ ਉਹ ਬੰਦੇ ਕਹਿੰਦੇ ਆ ਕਿ ਜਿਹੜੇ ਦਿਸ਼ਾ ਨਿਰਦੇਸ਼ ਦਿੰਦੇ ਆ ਇੱਕ ਜਵਾਨੀ ਨੂੰ, ਇੱਕ ਉਹ ਸਾਰੇ ਦੇ ਸਾਰੇ ਸਾਡੇ ਸਿਸਟਮ ਦੇ ਵਿੱਚ ਵਿਕਾਊ ਹੋ ਚੁੱਕੇ ਆ। ਉਹ 'ਚ ਬੜੇ ਵੱਡੇ ਨਾਮ ਹੈ। ਮੈਨੂੰ ਦੁੱਖ ਹੁੰਦਾ ਜਦੋਂ ਮੈਂ ਆਪਣੇ ਆਪ ਨੂੰ ਕੋਈ ਬਹੁਤਾ ਵੱਡਾ ਨਹੀਂ ਗਿਣਦਾ, ਪਰ ਜਦੋਂ ਮੈਂ ਕਿਸੇ ਵੱਡੇ ਬੰਦੇ ਨੂੰ ਨਾਮ ਲੈ ਕੇ ਕਹਿਣਾ ਪੈਂਦਾ, ਜਿਵੇਂ ਆਪਣੇ ਲੁਧਿਆਣੇ ਸ਼ਹਿਰ 'ਚ ਸੁਰਜੀਤ ਪਾਤਰ ਇੱਕ ਐਡਾ ਵੱਡਾ ਨਾਮ ਹੈ, ਠੀਕ ਹੈ। ਹੋਰ ਇੱਥੇ ਗੁਰਭਜਨ ਗਿੱਲ ਐਂਡ ਕੰਪਨੀ ਹੈਗੀ ਆ, ਸਭ ਵਪਾਰੀ ਬਣੇ ਹੋਏ ਆ, ਸਰਕਾਰਾਂ ਦੀਆਂ ਸੋਲੇ ਗਾਉਂਦੇ ਆ, ਸਿਰਫ ਕੁਰਸੀਆਂ ਪਿੱਛੇ ਅਤੇ ਗੱਡੀਆਂ ਪਿੱਛੇ, ਤੇਲ ਪਿੱਛੇ, ਝੂਠੇ ਸਨਮਾਨਾਂ ਪਿੱਛੇ। ਅਤੇ ਬਲਵਿੰਦਰ ਸੇਖੋਂ ਵਰਗਾ ਇੱਕ ਬਦਨਾਮ ਮਹਿਕਮੇ ਦਾ ਬੰਦਾ ਇਹਨਾਂ 'ਚ ਨੁਕਸ ਕੱਢਦਾ। ਮੈਨੂੰ ਅੱਜ ਤੱਕ ਕਿਸੇ ਨੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਹਾਂ ਤੂੰ ਗਲਤ ਬੋਲਦਾ। ਕਦੇ ਇਹੀ ਕਹਿ ਦੇਣ, ਮੈਂ ਨਾਮ ਲੈ ਕੇ ਬੋਲਦਾ, ਮੈਂ ਕਦੇ 2-3 ਤਾਂ ਨਾਮ ਲੈਣਾ, ਮੈਂ ਅਦਰਵਾਈਜ਼ ਸਾਰਿਆਂ ਨੂੰ ਕਹਿੰਦਾ। ਹੋਰ ਕੋਈ ਜਿਹੜੇ ਵੀ ਜਿਹਦਾ ਨਾਮ ਨਹੀਂ ਲੈ ਸਕਿਆ ਉਹ ਨਾਰਾਜ਼ ਨਾ ਹੋਵੇ, ਸਭ ਇੱਕੋ ਹੀ ਹੈ। ਉਹਨਾਂ ਬਾਰੇ ਵੀ ਮਤਲਬ ਮੈਂ ਉਹੀ ਵਿਚਾਰ ਰੱਖਦਾ ਵੀ ਕੋਈ ਇੱਕ ਅੱਧਾ ਤਾਂ ਬੋਲੇ ਨਾ। ਤੁਹਾਡੇ ਪ੍ਰੈਸ ਦੇ ਵਿੱਚ ਹੋਏ ਕੋਈ ਇਹੋ ਜਿਹਾ ਹੈਗਾ, ਸਾਰੀ ਪ੍ਰੈਸ ਦੇ ਵਿੱਚ, ਜਿਹੜੀ ਪ੍ਰੈਸ ਐਕਚੁਅਲੀ ਕਬਜ਼ਾ ਹੀ ਪੋਲੀਟੀਸ਼ੀਅਨ ਦਾ ਜਿਹੜਾ ਸਿਸਟਮ ਬਿਊਰੋਕਰੇਟ। ਮੈਂ ਜ਼ਰੂਰ ਇੱਥੇ ਤੁਹਾਨੂੰ ਰੋਕਣਾ ਚਾਹਾਂਗੀ ਕਿ ਹਰ ਕੋਈ ਨਹੀਂ ਹੈ ਇੱਦਾਂ ਦਾ, ਹਰ ਕੋਈ ਨਹੀਂ ਹੈ, ਕਿਉਂਕਿ ਕਹਿ ਸਕਦੇ ਕਿ ਉਹ ਜਿਹੜੀ ਚੀਜ਼ ਆ ਕਿਸੇ ਤੱਕ ਸੀਮਿਤ ਹੋ ਸਕਦੀ ਹੈ। ਜਿਵੇਂ ਮੈਂ ਤੁਹਾਨੂੰ ਕਿਹਾ, ਤੁਸੀਂ ਬਲਵਿੰਦਰ ਸੇਖੋਂ, ਹੁਣ ਕਈ ਨੇ ਬਿਲਕੁਲ ਆਪਣੇ ਪਰਿਵਾਰ ਲਈ ਚੁੱਪ ਬੈਠੇ ਨੇ, ਪਰ ਇੱਕ ਬਲਵਿੰਦਰ ਸੇਖੋਂ ਜਿਹੜਾ ਉਹ ਉੱਠਿਆ, ਉਹਨੇ ਆਵਾਜ਼ ਚੱਕੀ ਆ। ਇੱਦਾਂ ਹੀ ਆਪਾਂ ਸਭ ਨੂੰ ਨਹੀਂ ਮਾੜਾ ਕਹਿ ਸਕਦੇ। ਨਹੀਂ, ਮੈਂ ਸਭ ਨੂੰ ਤਾਂ ਮਤਲਬ ਇਹ ਨਹੀਂ ਹੁੰਦਾ ਕਿ ਸਾਰੇ ਉਹਦੇ ਵਿੱਚ। ਹੁਣ ਤੁਸੀਂ ਲੋਕ ਆ, ਤੁਸੀਂ ਚੱਲ ਕੇ ਆਏ, ਤੁਸੀਂ ਮੈਂ ਕਿਹੜਾ ਤੁਹਾਨੂੰ ਕੋਈ ਕਾਲ ਕੀਤਾ ਜਾਂ ਕੁਝ ਤੁਹਾਨੂੰ ਕੋਈ ਲੱਗਿਆ ਤਾਂ ਫਿਰ ਆਏ ਨਾ। ਪਰ ਗੱਲ ਤਾਂ ਵੀ ਇਹ ਗੱਲ ਜਿਹੜੀ ਹੈਗੀ ਗਾ, ਜਾਣ ਤੁਹਾਡੇ ਤੋਂ ਇਲਾਵਾ ਹੋਰ ਕਈ ਛਾਨਣੀਆਂ ਲੱਗਣੀਆਂ ਇਹਦੇ ਵਿੱਚ। ਤੁਸੀਂ ਅਲਟੀਮੇਟ ਨਹੀਂ ਹੈਗੇ ਇਹਦੇ ਵਿੱਚ। ਸੱਚ ਜਿਹੜਾ ਮੇਰਾ ਹੈਗਾ ਬਹੁਤ ਕੌੜਾ ਹੈਗਾ, ਅਤੇ ਕੁਛ ਲੋਕ ਸੁਣਾ ਜਾਂਦੇ ਆ। ਇਹ ਵੀ ਨਹੀਂ ਹੈਗਾ ਜੇ ਅੱਜ ਮੈਨੂੰ ਕੋਈ ਲੋਕ ਜਾਣਦੇ ਆ ਤਾਂ ਉਹ ਪ੍ਰੈਸ ਕਰਕੇ ਜਾਣਦੇ ਆ, ਇਹ ਨਹੀਂ ਹੈਗਾ। ਮੈਨੂੰ ਬਹੁਤ ਵਾਰੀ ਅਖੌਤੀ ਮੀਡੀਆ ਜਾਂ ਸੈਡ ਮੀਡੀਆ ਕਹਿਣਾ ਪੈਂਦਾ, ਕਿਉਂਕਿ ਕੁਛ ਲੋਕ ਇਹਦੇ 'ਚ ਚੰਗੇ ਹੈ। ਉਹਨਾਂ ਦੀ ਗੱਲ ਕਰਕੇ ਮੈਂ ਅੱਜ ਇੱਥੇ ਹੈਗਾ। ਮੈਂ ਇਸ ਕਰਕੇ ਆਪਣਾ ਇੱਕ ਮੀਡੀਆ ਸਿਸਟਮ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਕਿਉਂਕਿ ਮੈਂ ਇਸ ਲਾਈਨ ਦਾ ਬੰਦਾ ਨਹੀਂ ਹੈਗਾ। ਮੈਂ ਤੁਹਾਡੇ ਸਵਾਲਾਂ ਦੇ ਜਵਾਬ ਤਾਂ ਬਹੁਤ ਚੰਗੀ ਤਰ੍ਹਾਂ ਦੇ ਸਕਦਾ, ਪਰ ਮੈਂ ਜੇ ਕਿਸੇ ਨੂੰ ਐਡਰੈਸ ਕਰਨਾ ਹੋਵੇ। ਮੈਂ ਤੁਹਾਨੂੰ ਜ਼ਰੂਰ ਇਸ ਇੰਟਰਵਿਊ 'ਚ ਕਹਿਣਾ ਚਾਹਾਂਗੀ, ਅਸੀਂ ਤੁਹਾਡੇ ਨਾਲ ਆਲਵੇਜ਼ ਨਾਲ ਆ, ਕਿਉਂਕਿ ਸੱਚਾਈ ਦੀ ਰਾਹ 'ਤੇ ਚੱਲ ਰਹੇ ਹੋ। ਜੋ ਤੁਸੀਂ ਕਹਿਣਾ ਚਾਹੁੰਦੇ ਹੋ, ਫੋਨ ਨੰਬਰ ਤੁਹਾਡੇ ਕੋਲ, ਅਸੀਂ ਜ਼ਰੂਰ ਕਦੇ ਵੀ ਹਾਜ਼ਰ ਹੋ ਜਾਵਾਂਗੇ। ਇਹੋ ਜਿਹੀ ਕੋਈ ਗੱਲ ਨਹੀਂ ਹੈ। ਨਹੀਂ, ਦੇਖਦੇ ਹੈ, ਬੜਾ ਔਖਾ ਕੰਮ ਹੈ। ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਤਾਂ ਹੀ ਮੈਂ ਇੱਕ ਇੰਟਰਵਿਊ ਦੇ ਵਿੱਚ ਹੀ ਇਹ ਚੀਜ਼ ਕਹਿਤੀ ਕਿ ਇੱਦਾਂ ਦੀ ਚੀਜ਼ ਹੈ ਕਿ ਸਾਰੇ ਨਹੀਂ ਹੁੰਦੇ। ਮੈਂ ਬਿਲਕੁਲ ਸੱਚਾਈ ਲਈ ਤੁਹਾਡੇ ਕੋਲ ਪਹੁੰਚੀ ਹਾਂ। ਹੁਣ ਬਲਵਿੰਦਰ ਸੇਖੋਂ ਜੀ ਜਿਹੜੇ ਨੇ, ਹੁਣ ਆਜ਼ਾਦ ਉਮੀਦਵਾਰ ਲੜ ਰਹੇ ਨੇ ਪੱਛਮੀ ਹਲਕੇ ਤੋਂ। ਸਭ ਦਾ ਆਪਣਾ ਮੈਨੀਫੈਸਟੋ ਹੈ, ਤੁਹਾਡਾ ਕੀ ਹੈ? ਪਿੱਛੇ ਵੀ ਕਿਸੇ ਨੇ ਕੁਐਸਚਨ ਕੀਤਾ ਸੀ ਵੀ ਤੁਸੀਂ ਕੀ ਕਹਿਣਾ ਚਾਹੋਗੇ। ਮੈਂ ਇਹ ਕਹਿਣਾ ਚਾਹੁੰਦਾ ਇੱਕ ਗੱਲ ਲਫ਼ਜ਼ ਦੇ ਵਿੱਚ ਵੀ ਜੋ ਚੀਜ਼ ਮੇਰੇ ਨਾਲ ਹੋਈ ਹੈ ਉਹ ਕਿਸੇ ਹੋਰ ਨਾਲ ਨਾ ਹੋਵੇ, ਠੀਕ ਹੈ। ਪਹਿਲਾ ਪਰਪਸ ਇਹ ਹੈ, ਇਹ ਹਰ ਇੱਕ ਨਾਲ ਹੋ ਰਹੀ ਹੈ, ਹਰ ਕੋਈ ਚੁੱਪ ਕਰ ਰਿਹਾ, ਹਰ ਕੋਈ ਦਬ ਰਿਹਾ। ਅਤੇ ਇੱਕ ਬੰਦਾ ਜੇ ਖੜਾ ਹੋ ਕੇ ਦੇਖ ਸਕਦਾ ਤਾਂ ਫਿਰ ਕੁਛ ਲੋਕ ਹੋਰ ਵੀ ਖੜੇ ਹੋ ਸਕਦੇ। ਤਾਂ ਥੋੜ੍ਹੀ ਜਿਹੀ ਗਿਣਤੀ ਆਉਣ ਵਾਲੇ ਸਮੇਂ 'ਚ ਲੋਕਾਂ ਦੀ ਜ਼ਰੂਰ ਉੱਠੂਗੀ। ਇਹਦੇ ਵਿੱਚ ਸਾਰੀ ਗੱਲ ਆ ਜਾਂਦੀ ਹੈ। ਇਹਨੂੰ ਗੱਲਾਂ ਦੇ ਵਿੱਚ ਇਹਨਾਂ ਪੋਲੀਟੀਸ਼ੀਅਨਾਂ ਵਾਂਗੂ ਜੇ ਜਲੇਬੀਆਂ ਬਣਾਉਣੀਆਂ ਹੁੰਦਾ ਜਿੰਨੀਆਂ ਮਰਜ਼ੀ ਬਣਾ ਲਓ, ਉਹ ਬਣਾ ਵੀ ਸਕਦਾ, ਪਰ ਮੈਂ ਬਣਾਉਂਦਾ ਨਹੀਂ। ਮੈਨੂੰ ਲੋੜ ਨਹੀਂ ਹੈਗੀ ਫਾਲਤੂ ਗੱਲ ਕਰਨ ਦੀ। ਇੱਕ ਲਫ਼ਜ਼ ਵਿੱਚ ਹੈਗੀ ਹੈ ਕਿ ਜਿਹੜੀ ਚੀਜ਼ ਮੇਰੇ ਨਾਲ ਹੋਈ ਹੈ ਉਹ ਕਿਸੇ ਨਾਲ ਹੋਰ ਨਾ ਹੋਵੇ, ਇਸ ਕਰਕੇ ਲੜਾਈ ਕੀਤੀ। ਮੇਰੇ ਨਾਲ ਤਾਂ ਹੋ ਚੁੱਕੀ ਹੈ। ਡਿਸਮਿਸ ਮੈਨੂੰ ਇਹਨੇ ਕਰ ਦਿੱਤਾ, ਜੋ ਕੁਛ ਇਹਨਾਂ ਨੇ ਕਰਨਾ ਸੀ। ਸਰਕਾਰ ਉਲਟਾ, ਪੋਲੀਟੀਸ਼ੀਅਨ ਮੇਰੇ ਕੋਈ ਵੀ ਹੱਕ 'ਚ ਨਹੀਂ ਹੈਗਾ। ਕੱਲ੍ਹ ਨੂੰ ਸਰਕਾਰ ਜਿਹਦੀ ਮਰਜ਼ੀ ਆ ਜੇ, ਕਿਸੇ ਨੇ ਮੇਰੀ ਫੇਵਰ ਨਹੀਂ ਕਰਨੀ ਤਾਂ ਫਿਰ ਮੇਰੇ ਕੋਲ ਤਾਂ ਗਵਾਉਣ ਨੂੰ ਕੁਛ ਨਹੀਂ ਹੈਗਾ। ਕਿਹਾ ਜਾਂਦਾ ਕਿ ਜਿਹੜੀ ਸਰਕਾਰ ਬਣਦੀ ਹੈ ਨਾ, ਕਿਤੇ ਨਾ ਕਿਤੇ ਲੋਕਾਂ ਦੀ ਵੀ ਗਲਤੀ ਹੁੰਦੀ ਹੈ। ਜ਼ਰੂਰੀ ਨਹੀਂ ਕਿ ਕਿਉਂਕਿ ਅਸੀਂ ਵੋਟ ਪਾਉਂਦੇ ਹਾਂ ਅਤੇ ਲੋਕਾਂ ਦੀ ਜ਼ਰੂਰ ਗਲਤੀ ਹੁੰਦੀ ਹੈ। ਇੱਕ ਤਾਂ ਕਹਿ ਸਕਦੇ ਕੱਟੜਤਾ ਨਹੀਂ ਖਤਮ ਹੁੰਦੀ। ਕੀ ਚੀਜ਼ ਦੇਖਣੀ ਚਾਹੀਦੀ? ਤੁਸੀਂ ਕੀ ਸੋਚਦੇ ਹੋ ਕਿ ਕੱਟੜਤਾ ਵੇਖਣੀ ਜਾਂ ਕੈਂਡੀਡੇਟ? ਨਹੀਂ, ਕੈਂਡੀਡੇਟ ਹੀ ਵੇਖਣਾ ਚਾਹੀਦਾ। ਦੇਖੋ, ਤੁਹਾਨੂੰ ਡਿਵਾਈਡ ਕੀਤਾ ਇਹਨਾਂ ਨੇ ਸਟਾਰਟਿੰਗ ਦੇ ਵਿੱਚ, ਬੜੇ ਵੱਡੇ ਜਾਲ ਦਾ ਸ਼ਿਕਾਰ ਹੈ ਸੀ। ਕੁਛ ਇਹ ਅੱਜ ਦਾ ਨਹੀਂ ਹੋਇਆ, ਬਹੁਤ ਪੁਰਾਣਾ ਬੁਣਿਆ ਹੋਇਆ। ਇਹਨਾਂ ਨੇ ਧਰਮਾਂ 'ਚ ਵੰਡਿਆ,
ਜਾਤਾਂ ਦੇ ਵਿੱਚ ਵੰਡਿਆ ਹੋਇਆ ਹੈ, ਸਭ ਕੁਝ ਕੈਟੇਗਰਾਈਜ਼ ਇੰਡੀਵਿਜੂਅਲੀ। ਮੇਰੇ ਤਾਂ ਇਹੋ ਜਿਹੇ ਵਿਚਾਰ ਹੈ ਜਿਹੜੇ ਕਿ ਬਹੁਤ ਲੋਕਾਂ ਨੂੰ ਮਤਲਬ ਸ਼ਾਇਦ ਤਕਲੀਫ ਦੇਣ। ਮੈਂ ਕਹਿੰਦਾ ਜਦੋਂ ਬੱਚੇ ਨੂੰ ਅਸੀਂ ਐਡਮਿਸ਼ਨ ਕਰਦੇ ਹਾਂ, ਕਿਉਂ ਧਰਮ ਲਿਖਦੇ ਹਾਂ ਅਸੀਂ? ਮਤਲਬ ਹੀ ਹੁਣ ਜੇ ਧਰਮ ਲਿਖਦੇ ਹਾਂ ਤਾਂ ਫਿਰ ਅੱਗੇ ਰਿਜ਼ਰਵੇਸ਼ਨ ਆ ਗਈ। ਫਿਰ ਸਭ ਕਿਉਂ ਅਸੀਂ ਕੈਟੇਗਰਾਈਜ਼ ਕਰਦੇ ਹਾਂ? ਹੋਣਾ ਹੀ ਨਹੀਂ ਚਾਹੀਦਾ। ਜਦੋਂ ਅਸੀਂ ਧਰਮ 'ਚ ਵੰਡਿਆ, ਅਸੀਂ ਸਟਾਰਟਿੰਗ ਤੋਂ ਹੀ ਦੱਸਤਾ ਵੀ ਤੂੰ ਲਾਈਫ ਦੇ ਵਿੱਚ ਆਹੀ ਕੁਛ ਕਰਨਾ ਹੈ। ਤੋ ਇਸ ਕਰਕੇ ਇਹ ਚੀਜ਼ਾਂ ਬਹੁਤ ਉਹ ਦੂਰ ਦੀਆਂ ਜਿਹੜੀਆਂ ਅੱਜ ਮੇਰੇ ਖਿਆਲ ਕਰਨੀਆਂ ਤਾਂ ਬਹੁਤ ਔਖੀਆਂ। ਕਿਤੇ ਆਉਣ ਵਾਲੇ ਸਮੇਂ 'ਚ 10-15 ਸਾਲ 'ਚ ਇਸ ਪੰਜਾਬ ਦਾ ਕੋਈ ਬਹੁਤ ਕੋਈ ਕਾਇਆਕਲਪ ਹੋਣੀ ਹੋਵੇ, ਕੋਈ ਉਹੋ ਜਿਹੇ 10-20-50 ਚੰਗੇ ਸਿਰਦ ਲੋਕਾਂ ਦੇ ਹੱਥ 'ਚ ਸਟੇਟ ਆਵੇ, ਇਹ ਫਿਰ ਇਹੋ ਜਿਹੀਆਂ ਗੱਲਾਂ ਕਰਨ, ਤੇ ਇਹ ਚੀਜ਼ਾਂ ਬਹੁਤ ਦੂਰ ਦੀ ਗੱਲ ਹੈਗੀ ਹੈ। ਕਿਉਂਕਿ ਹੁਣ ਤੱਕ ਤਾਂ ਸਾਰੀ ਗੇਮ ਹੀ ਸਾਰੀ ਇਹਨਾਂ ਦੀ ਰਿਜ਼ਰਵੇਸ਼ਨ ਤੇ ਇਹਨਾਂ ਚੀਜ਼ਾਂ ਤੇ ਖੇਡ ਰਿਹਾ। ਤੁਹਾਨੂੰ ਕਹਿਣ ਲੱਗੀ ਸੀਗੀ ਕਿ ਸੰਵਿਧਾਨ 'ਚ ਤਾਂ ਲਿਖਿਆ ਗਿਆ ਹੈ ਕਿ ਭੇਦਭਾਵ ਕੀਤਾ ਨਹੀਂ ਜਾਵੇਗਾ ਧਰਮ ਦੇ ਆਧਾਰ ਤੇ, ਪਰ ਕਿਤੇ ਨਾ ਕਿਤੇ ਹਰ ਇੱਕ ਚੀਜ਼ ਤੇ ਧਰਮ ਹੀ ਆ ਕੇ ਖੜ ਜਾਂਦਾ ਹੈ, ਭਾਵੇਂ ਉਹ ਪੋਲਿਟਿਕਸ ਦੇ ਵਿੱਚ ਹੋਵੇ, ਭਾਵੇਂ ਕਿਸੇ ਵੀ ਪੱਧਰ ਤੇ ਹੋਵੇ। ਇਹ ਚੀਜ਼ ਸੱਚ ਹੈ ਨਾ? ਨਹੀਂ, ਸਾਡੀ ਦੇਖੋ, ਅਸੀਂ ਬੇਸਿਕਲੀ ਵੈਸੇ ਤਾਂ ਹਰ ਜਗ੍ਹਾ ਹੀ ਸੱਚ ਹੈ ਇਹ ਕੀਤਾ ਹੋਇਆ, ਜਿਹੜਾ ਕਿ ਹੁਣ ਨਹੀਂ ਹੋਣਾ ਚਾਹੀਦਾ। ਧਰਮ ਦਾ ਪੋਲਿਟਿਕਸ ਨਾਲ ਕੋਈ ਬਿਲਕੁਲ ਮੇਲ ਜੋਲ, ਜਦੋਂ ਗੱਲਾਂ ਬੀਰੀ ਪੀਰੀ ਦੀਆਂ ਚੱਲਦੀਆਂ ਸੀ ਨਾ, ਉਹ ਡਿਫਰੈਂਟ ਟਾਈਮ ਸੀਗੇ, ਉਦੋਂ ਬੇਸਿਕ ਕਰੈਕਟਰ ਲੋਕਾਂ ਦੇ ਹੋਰ ਹੁੰਦੇ ਸੀਗੇ। ਹੁਣ ਤਾਂ ਧਰਮ ਨੂੰ ਇਹਨਾਂ ਨੇ, ਜਿਹੜੇ ਲੋਕਾਂ ਕੋਲ ਧਰਮ ਹੈ, ਜਿਹੜੇ ਹੁਣ ਸਾਡੇ ਠੇਕੇਦਾਰ ਧਰਮ ਦੇ ਹੈ, ਇਹ ਮੈਂ ਕਹਿੰਦਾ ਹੁੰਦਾ, ਜਿਹੜੇ 1920 ਦੇ ਵਿੱਚ ਮਸੰਦਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਈ ਸੀ ਇੱਕ, ਤੇ ਹੁਣ ਜਿਹੜੇ ਮਸੰਦਾਂ ਕੋਲ ਗੁਰਦੁਆਰੇ ਆ, ਉਹ ਮਸੰਦ ਉਹਨਾਂ ਮਸੰਦਾਂ ਨਾਲੋਂ 1000 ਗੁਣਾ ਮਾੜੇ ਹੈ। ਇਹਨਾਂ ਕੋਲ ਛਡਾਉਣੇ ਬਹੁਤ ਔਖੇ ਹੈ। ਇਹਨਾਂ ਦੇ ਜਿਹੜੇ ਤਨਖਾਹੀਏ, ਜਿਹੜੇ ਇਹਨਾਂ ਦੇ ਅੱਗੇ ਲਾਏ ਹੋਏ, ਜਿਨ੍ਹਾਂ ਨੂੰ ਇਹ SGPC ਦੇ ਪ੍ਰਧਾਨ ਲਾਉਂਦੇ ਆ, ਜਥੇਦਾਰ ਲਾਉਂਦੇ, ਜਥੇਦਾਰ ਤਾਂ ਇਹ ਪੁਆਇੰਟ ਕਰਦੇ, ਠੀਕ ਆ। ਹੁਣ ਜਿਹੜਾ ਹਰਪ੍ਰੀਤ ਸਿੰਘ ਜਥੇਦਾਰ ਲੱਗਿਆ ਹੋਇਆ, ਮੈਨੂੰ ਕੋਈ ਬਹੁਤੀ ਵਹਿਮ ਨਹੀਂ ਕਿ ਮੈਂ ਜਿਹੜੀ ਗੱਲ ਕਰਨ ਲੱਗਾ ਕਿ ਉਹ ਇਸ ਚੀਜ਼ ਨੂੰ ਲੈ ਕੇ ਚੱਲਦਾ। ਉਹ ਐਕਟਿੰਗ ਜਥੇਦਾਰ ਹੈ। ਪਿਛਲੇ 2-2.5 ਸਾਲ ਤੋਂ ਕੋਈ ਬੰਦਾ ਹੀ ਨਹੀਂ ਲੱਭਿਆ ਨੂੰ ਜਥੇਦਾਰ ਬਣਾਉਣ ਵਾਸਤੇ। ਤੇ ਜਿਹੜਾ ਐਕਟਿੰਗ ਹੈ ਤਾਂ ਐਕਟਿੰਗ ਹੀ ਕਰੂਗਾ ਨਾ, ਤੇ ਉਹ ਐਕਟਿੰਗ ਜਿੰਨੀ ਕਿਸੇ ਕਰਵਾਉਂਦੇ ਉਹ ਵਿਚਾਰਾ ਕਰੀ ਜਾਂਦਾ। ਤੇ ਇਹ ਤਾਂ ਸਾਡਾ ਉਹ ਹਾਲ ਹੈ, ਜਿਹੜੇ ਸਾਡੇ ਉਹ ਬੈਠੇ ਬੰਦੇ, ਜਿਹੜੇ ਸਾਡਾ ਪੋਪ ਹੈ, ਸਾਡਾ ਜਿਹੜਾ ਅਕਾਲ ਤਖਤ ਦਾ ਜਥੇਦਾਰ ਹੈ, ਉਹ ਸਿੱਖਾਂ ਦਾ ਪੋਪ ਹੈ। ਤੇ ਕਰਦੇ ਕੀ ਹੈ, ਜੋ ਪੋਲੀਟੀਸ਼ੀਅਨ ਕਹਿੰਦੇ, ਜੇ ਰਾਮ ਰਹੀਮ ਨੂੰ ਮਾਫੀ ਦਿਲਾਉਣੀ ਸੀ ਤਾਂ ਪਹਿਲਾਂ ਵਾਲੇ ਜਥੇਦਾਰ ਤੋਂ ਦਵਾ ਲਈ। ਇਹਨਾਂ 'ਤੇ ਜੇ ਕੋਈ ਬਿਆਨ ਨੂੰ ਪਹਿਲਾਂ ਦੱਸਦੇ, ਇੱਧਰੋਂ ਜਾਂਦਾ ਬਾਦਲਾਂ ਦੇ ਘਰਾਂ 'ਚ, ਤਾਂ ਫਿਰ ਉਹ ਬਿਆਨ ਦਿੰਦੇ। ਆਹ ਤਾਂ ਸਾਡੇ ਜਥੇਦਾਰ ਹੈਗੇ ਆ। ਜਾਂ ਹਰ ਤਰ੍ਹਾਂ ਦਾ ਸਿਸਟਮ ਜਿਹੜਾ ਹੈਗਾ, ਉਹ 'ਤੇ ਜਦੋਂ ਪੋਲੀਟੀਸ਼ੀਅਨ ਕਬਜ਼ ਹੋ ਗਿਆ, ਤੇ ਫਿਰ ਉਹਦੇ ਵਿੱਚ ਜਿਹੜੀ ਇਹ ਬਦਬੂ ਆਉਣੀ ਜਿਹੜੀ ਸੀ, ਉਹ ਇੱਕ ਬਾਈ ਪ੍ਰੋਡਕਟ ਹੈ। ਜੇ ਤੁਹਾਡਾ ਮਾਲਕ ਜਿਸ ਤਰ੍ਹਾਂ ਦਾ ਬੈਠਾ, ਤੁਸੀਂ ਜਿਹੜੇ ਗਾਂ ਥੱਲੇ ਵਾਲਾ ਬੰਦਾ ਉਹੀ ਕੰਮ ਕਰੂਗਾ। ਤਾਂ ਧਰਮ ਜਿਹੜਾ ਹੈਗਾ, ਉਹਦੇ ਵਿੱਚ ਜਦੋਂ ਸਾਨੂੰ ਇਹਨਾਂ ਨੇ ਵੰਡ ਕੇ ਇਹ ਕੀਤਾ, ਮੈਂ ਕਹਿੰਦਾ ਜਿਹੜੇ ਬੰਦੇ ਵੀ ਵਿਖਾਵਾ ਕਰਦੇ ਆ, ਉਹਨਾਂ ਨਾਲੋਂ ਵੱਧ ਧਾਰਮਿਕ ਮੈਂ ਹੈਗਾ। ਮੈਥੋਂ ਵੱਡਾ ਸਿੱਖ ਨਹੀਂ ਹੋ ਸਕਦਾ ਕੋਈ ਉਹ ਬੰਦਾ ਜਿਹਨੇ ਗਾਤਰਾ ਬਾਹਰ ਪਾਇਆ ਤੇ ਦਾੜੀ ਖੁੱਲੀ ਛੱਡੀ ਹੋਏ। ਉਹ ਲੋਕ ਸਗੋਂ ਖਤਰਨਾਕ ਨੇ। ਇਹਨਾਂ ਤੋਂ ਤਾਂ ਡਰ ਹੋਣਾ ਚਾਹੀਦਾ। ਜਿਨ੍ਹਾਂ ਨੇ ਦੁਕਾਨ ਆਪਣੀ ਖੋਲ੍ਹ ਕੇ ਦੱਸਿਆ ਹੋਇਆ ਵੀ ਅਸੀਂ ਉਹ ਹੈ, ਉਹ ਸਿਰਫ ਜਿਹੜੀ ਹੈਗੀ ਦੁਕਾਨਦਾਰੀ ਜ਼ਿਆਦਾ ਕਰਦੇ। ਮੈਂ ਸਾਰਿਆਂ ਨੂੰ ਤਾਂ ਨਹੀਂ ਕਹਿੰਦਾ, ਪਰ ਬਹੁਤ ਹਾਲਾਤ ਇਹੋ ਜਿਹੇ ਆਪਾਂ ਤਾਂ ਮਾੜੇ ਪਾਸੇ ਨਾ ਜਾਈਏ, ਚੰਗਾ, ਬੜੇ ਲੋਕਾਂ ਨੂੰ ਤਕਲੀਫ ਹੋਊਗੀ। ਅੱਛਾ ਜੀ, ਮੈਂ ਪੁੱਛਣਾ ਚਾਹਾਂਗੀ, ਹੁੰਗਾਰਾ ਕਿਵੇਂ ਦਾ ਮਿਲਿਆ? ਜਾਂਦੇ ਜਾਂਦੇ ਇੱਕ ਸਵਾਲ ਬਸ। ਹੁੰਗਾਰਾ ਤਾਂ 10 ਮਾਰਚ ਨੂੰ ਪਤਾ ਲੱਗੂਗਾ ਜੀ। ਮੈਂ ਤਾਂ ਨਾਲ ਖੜ ਰਹੇ ਨੇ? ਨਹੀਂ, ਕੋਈ ਲੋਕ ਨਾਲ ਨਹੀਂ ਖੜ ਰਹੇ। ਐਵੇਂ ਝੂਠੀ ਮੈਂ ਗੱਲ ਕਹਾਂ, ਮੇਰੇ ਕੋਲ ਤਾਂ ਮੈਂ ਗਲਤੀ ਨਾਲ 5 ਗੱਡੀਆਂ ਜਿਹੜੀਆਂ ਸੀਗੀਆਂ, ਉਹ ਪਰਮਿਸ਼ਨ ਲੈ ਲਈ ਸੀ ਵੀ ਕੋਈ ਨਾਲ ਇੰਨੇ ਮਾੜੇ ਬੰਦਾ ਨਾਲ ਮੇਰਾ ਵਾਸਤਾ ਪੈਣਾ, ਅਤੇ ਕੋਈ 20-25 ਨਾਲ ਮੇਰੇ ਕੋਈ ਬੰਦੇ ਹੀ ਹੋ ਜਾਣ। ਤੇ ਮੇਰੇ ਨਾਲ ਤਾਂ ਉਹ ਇਹ ਜਿਹੜੇ ਕੋਈ ਲੋਕ ਤੁਰਨ ਫਿਰਨ ਵਾਲੇ ਸੀ, ਉਹ ਵੀ ਸਿਰਫ ਗਨਮੈਨ ਹੈ। ਕੁਛ ਮੇਰੇ ਨਾਲ, ਕੁਛ ਮੇਰੀ ਫੈਮਿਲੀ ਦੇ ਕੁਛ ਲੋਕ ਹੈਗੇ ਆ, ਅਤੇ ਉਹਨਾਂ ਨਾਲ ਲੈ ਕੇ ਮੈਂ ਚੀਜ਼ ਕਰ ਰਿਹਾ। ਹੁੰਗਾਰਾ ਇਹ ਨਹੀਂ ਕਿ ਹੁੰਗਾਰਾ ਨਹੀਂ ਹੈ, ਪਰ ਹੁੰਗਾਰਾ ਲੋਕ ਡਰੇ ਹੋਏ, ਲੋਕ ਅਵੇਅਰ ਹੋ ਰਹੇ ਨੇ। ਜਿਵੇਂ ਤੁਸੀਂ ਜਾਣਦੇ ਹੋ, ਮੈਂ ਦੇਖਿਆ ਲੋਕ ਜਿਹੜੇ ਆ ਜਾਗਰੂਕ ਹੋ ਰਹੇ ਨੇ ਕਿ ਕੀ ਚੀਜ਼ ਸਾਹਮਣੇ ਲੈ ਕੇ ਤੁਸੀਂ ਆ ਰਹੇ ਹੋ। ਹਾਂ, ਮੈਂ ਕਹਿ ਰਿਹਾ ਨਾ ਵੀ ਦਿਖਾਊ ਪ੍ਰਤੱਖ ਨਹੀਂ ਦਿਖਾਈ ਦੇ ਰਿਹਾ, ਪਰ ਮੈਨੂੰ ਲੱਗਦਾ ਜਿਸ ਤਰ੍ਹਾਂ ਦੀ ਆਵਾਜ਼, ਜਿਵੇਂ ਮੈਨੂੰ ਟੈਲੀਫੋਨ ਪੰਜਾਬ 'ਚੋਂ ਆਉਂਦੇ ਆ, ਜਿਵੇਂ ਮੈਨੂੰ ਆਊਟ ਆਫ ਆਪਣੇ ਕੰਟਰੀ ਆ ਰਹੇ ਆ, ਲੋਕਾਂ 'ਚ ਜਾਗਰਤੀ ਹੈਗੀ। ਕਿਉਂਕਿ ਇੱਕ ਤਾਂ ਗੱਲ ਵੱਖਰੀ ਕਰਦਾ ਮੈਂ, ਉਹ ਗੱਲ ਕੋਈ ਹੋਰ ਕਰਦਾ ਨਹੀਂ। ਇਸ ਕਰਕੇ ਇੱਕ ਵਿਲੱਖਣਤਾ ਹੀ ਹੋ ਗਈ। ਬੰਦਾ ਇੱਕ ਬੋਲ ਰਿਹਾ ਹੋਵੇ, ਇੱਕੋ ਗੱਲ ਕਰ ਰਿਹਾ ਹੋਵੇ, ਤਾਂ ਉਹ ਹੋਰ ਮੇਰੇ ਕੰਪੀਟੀਸ਼ਨ 'ਚ ਵੀ ਕੋਈ ਨਹੀਂ ਹੈਗਾ। ਤਾਂ ਇਸ ਕਰਕੇ ਜਿਹੜਾ ਹੁੰਗਾਰਾ ਹੈਗਾ, ਪਤਾ ਤਾਂ ਲੱਗੂਗਾ ਉਦੋਂ, ਪਰ ਲੱਗਦਾ ਜੋ ਹਾਲਾਤ ਹੈ ਵੀ ਕੁਛ ਨਾ ਕੁਛ ਜਿਹੜੀ ਹੈਗੀ ਆ, ਪੰਜਾਬੀ 'ਚ ਕਹਾਵਤ ਹੈ ਵੀ ਇੱਟ ਜਿਹੜੀ ਸੁੱਟੀ ਹੈ ਕੁਛ ਤੇ ਸੁੱਕੀ ਨਹੀਂ ਆਉਂਦੀ, ਵੀ ਕੁਛ ਨਾ ਕੁਛ ਇਹਦੇ ਵਿੱਚ ਜਿਹੜਾ ਹੈਗਾ, ਮੈਂ ਉਮੀਦ ਕਰਦਾ। ਅਤੇ ਮੈਂ ਫਿਰ ਇਹ ਵੀ ਕਹਿੰਦਾ ਕਿ ਵੀ ਜੇ ਥੋੜ੍ਹਾ ਬਹੁਤ ਵੀ ਹੁੰਗਾਰਾ ਹੋਇਆ ਨਾ, ਵੈਸੇ ਤਾਂ ਨਾ ਵੀ ਹੁੰਗਾਰਾ ਹੋਵੇ, ਅੱਗੇ ਕਿਹੜਾ ਮੈਂ ਹੁੰਗਾਰੇ ਨਾਲ ਸੰਘਰਸ਼ ਕੀਤਾ ਹੈ, ਮੈਂ ਤਾਂ ਇਕੱਲੇ ਨਹੀਂ ਹੁਣ ਤੱਕ ਕੀਤਾ। ਅਤੇ ਆਹ ਵੀ ਜਿਹੜਾ ਇਲੈਕਸ਼ਨ ਸੀ, ਮੈਂ ਇਲੈਕਸ਼ਨ ਇਹਦੇ ਨੋਮੀਨੇਸ਼ਨ ਤੋਂ 2 ਦਿਨ ਪਹਿਲਾਂ ਤੱਕ ਮੈਂ ਕਨਫਿਊਜ਼ ਸੀ ਕਿ ਮੈਂ ਕਰਾਂ ਜਾਂ ਨਾ ਕਰਾਂ, ਕਿਉਂਕਿ ਇਹ ਬਹੁਤ ਵੱਡਾ ਇੱਕ ਉਹ ਹੈਗਾ ਪ੍ਰੋਜੈਕਟ ਹੈ, ਇੱਕ ਇਲੈਕਸ਼ਨ ਲੜਨਾ। ਪਰ ਫਿਰ ਵੀ ਮੈਂ ਉਹ ਚੀਜ਼ ਨੂੰ ਆਪਣੇ ਇੱਕ ਲੈ ਕੇ, ਕਿਉਂਕਿ ਮੰਨ ਲਓ ਮੈਨੂੰ ਨਹੀਂ ਇੱਥੋਂ ਵੋਟ ਪੈਂਦੀ, ਮੈਂ ਤਾਂ ਪਹਿਲਾਂ ਹੀ ਪ੍ਰਿਪੇਅਰ ਹਾਂ ਵੀ ਨਾ ਪਵੇ ਤਾਂ ਕੋਈ ਗੱਲ ਨਹੀਂ, ਮੇਰੇ ਕੀ ਨਹੀਂ ਤਾਂ ਇਸ ਚੀਜ਼ ਫਿਰ ਇਸ ਕਰਕੇ ਖਤਮ ਕਰਦੇ ਵੀ ਵੇਖਿਓ ਇਹਦੇ ਪੱਲੇ ਕੁਛ ਨਹੀਂ, ਜੇ ਹੁੰਦਾ ਵੋਟ ਨਾ 4 ਲੋਕ ਪਾਉਂਦੇ। ਤਾਂ ਇਸ ਕਰਕੇ ਮੈਂ ਲੋਕਾਂ ਨੂੰ ਹੁਣ ਇਹ ਅਪੀਲ ਕਰਦਾ ਵੀ ਇੰਨੀ ਕੁ ਵੋਟ ਮੈਨੂੰ ਪਾ ਦਿਆ ਜੇ, ਕੋਈ ਜਿੱਤਣ ਦੀ ਗੱਲ ਨਹੀਂ ਹੈਗੀ, ਤਾਂ ਕਿ ਕੱਲ੍ਹ ਨੂੰ ਇਹਨਾਂ ਜੇ ਘਟੀਆ ਬੰਦਿਆਂ ਨੂੰ ਇਹ ਨਾ ਕਹਿਣਾ ਪਵੇ। ਇਸ ਵਾਸਤੇ ਇਹ ਤਕੜੇ ਨਾ ਹੋਣ ਕਹਿਣ ਵਾਸਤੇ ਵੀ ਸਿੱਖ ਨੂੰ ਕਿਸੇ ਨੇ ਵੋਟ ਹੀ ਨਹੀਂ ਪਾਈ। ਤਾਂ ਇਹ ਮੈਂ ਜ਼ਰੂਰ ਬੇਨਤੀ ਕਰਦਾ, ਵੈਸਟ ਦੀ ਕੰਸਟੀਚੂਐਂਸੀ ਹੈ, ਬਹੁਤ ਪੜ੍ਹੀ ਲਿਖੀ ਕੰਸਟੀਚੂਐਂਸੀ, ਇੱਥੇ 4000 ਵੋਟ ਤਾਂ ਨੋਟਾਂ ਨੂੰ ਪੈ ਜਾਂਦੀ ਹੈ। ਤਾਂ ਮੈਂ ਉਮੀਦ ਕਰਦਾ ਕਿ ਜਿਹੜਾ ਨੋਟਾਂ ਨੂੰ ਵੋਟ ਪਾਉਣ ਵਾਲਾ ਬੰਦਾ ਜਾਗਿਆ ਹੁੰਦਾ, ਤਾਂ ਉਹ ਜਾਗੇ ਬੰਦੇ ਜਿਹੜੇ ਹੈਗੇ ਉਹ ਜ਼ਰੂਰ ਮੈਨੂੰ ਵੋਟ ਕਰਨਗੇ। ਇਸ ਵਾਰ ਜੇ ਨੋਟਾ ਖਾਲੀ ਹੋਊਗਾ ਜਾਂ 100-200 ਵੋਟ ਹੋਊਗੀ, ਤਾਂ ਉਹ ਵੋਟ 4000 ਨੂੰ ਮੈਂ ਆਪਣੀ ਗਣੂੰਗਾ, ਕਿਉਂਕਿ ਵੋਟ ਸਾਰੀ ਮੈਨੂੰ ਪਊਗੀ। ਅਤੇ ਇਸ ਤੋਂ ਇਲਾਵਾ ਜਿਹੜੇ ਕੋਈ ਹੋਰ ਜਾਗਰੂਕ ਲੋਕ ਹੈ,
ਤੇ ਜੇ ਥੋੜੀ ਬਹੁਤ ਜਾਗਰੂਕ ਹੋ ਕੇ ਵੋਟ ਪਾ ਲੈਣ ਤੇ ਮੈਂ ਤਾਂ ਇੰਨੀ ਕਹਿੰਦਾ ਕਿ 5-7 ਹਜ਼ਾਰ ਵੋਟ ਨਾਲ ਹੀ ਆਪਾਂ ਜਿਉਂਦੇ ਹੋ ਜਾਾਂਗੇ। ਤੇ ਫਿਰ ਮੈਂ ਜ਼ਰੂਰ ਇਲੈਕਸ਼ਨ ਭਾਵੇਂ ਕੋਈ ਜਿੱਤੇ। ਤੇ ਮੈਂ ਅੱਜ ਤੁਹਾਡੇ ਸਾਹਮਣੇ ਕਹਿੰਦਾ ਕਿ ਮੈਂ ਧੰਨਵਾਦ ਕਰਨ ਵਾਸਤੇ ਲੋਕਾਂ ਦਾ ਆਊਂਗਾ ਕਿ ਇਸ ਕੰਸਟੀਚਿਊਂਸੀ ਚੋਂ 2 MLA ਨਿਕਲਣਗੇ, ਇੱਕ ਨਕਲੀ ਜਿਹੜਾ ਜਿੱਤ ਕੇ ਜਾਊਗਾ, ਇੱਕ ਅਸਲੀ ਜਿਹੜਾ ਹਾਰ ਕੇ ਜਾਊਗਾ। ਤੇ ਫਿਰ ਅਗਲੇ ਇਲੈਕਸ਼ਨ ਦੱਸਾਂਗੇ ਅਸਲੀ ਕੌਣ ਹੈ ਤੇ ਨਕਲੀ ਕੌਣ ਹੈ। ਇੱਕ ਮੇਰਾ ਆਖਰੀ ਸਵਾਲ ਰਹੇਗਾ, ਕੁਰਸੀ ਮਿਲਣ ਤੇ ਨਾ ਚੰਗੇ ਭਲੇ ਕਹਿ ਸਕਦੇ ਕਿ ਬਦਲ ਜਾਂਦੇ ਆ, ਬਲਵਿੰਦਰ ਸੇਖੋਂ ਜੀ ਬਦਲਣਗੇ ਕਿ ਨਹੀਂ? ਜਿਹੜੀ ਕੁਰਸੀ ਦੀ ਮੈਂ ਹੁਣ ਲੜਾਈ ਲੜ ਰਿਹਾ MLA ਦੀ, ਮੈਂ 2013 ਦਾ DSP ਹਾਂ। ਇੱਕ DSP ਤੇ ਇੱਕ MLA ਦਾ ਜੁਰੀਡਿਕਸ਼ਨ ਸੇਮ ਹੁੰਦੀ ਹੈ। ਜਿਹੜੀ MLA ਦੀ ਜੁਰੀਡਿਕਸ਼ਨ ਹੈ ਹਲਕਾ, ਉਹ 'ਚ ਇੱਕ DSP ਦੀ ਪੋਸਟਿੰਗ ਹੁੰਦੀ ਹੈ। ਤੇ ਇਹ ਮੇਰੇ ਕੋਲ 13 ਤੋਂ ਰਿਹਾ, ਮੇਰੇ ਵਾਸਤੇ ਨਵਾਂ ਨਹੀਂ ਹੈਗਾ। ਕੁਰਸੀਆਂ ਦੇ ਵਿੱਚ ਮੈਂ ਬੈਠਾ ਹੋਇਆ, 5 ਸਬ ਡਿਵੀਜ਼ਨਾਂ ਦਾ ਮੈਂ DSP ਰਿਹਾ। ਤੋ ਇਹ ਗੱਲ ਮੇਰੇ ਵਾਸਤੇ ਨਵੀਂ ਨਹੀਂ। ਪਾਵਰ ਪਹਿਲਾਂ ਹੀ ਸੀਗੀ, ਛੱਡਣੀ ਕਾਹਨੂੰ ਸੀ ਫਿਰ ਜੇ ਲੈਣੀ ਸੀ ਇਸ ਪਾਸਿਓਂ, ਤਾਂ ਮੇਰੇ ਕੋਲ ਤਾਂ ਹੈਗੀ ਸੀ। ਅਜੇ 23 ਤੱਕ ਤਾਂ ਨੌਕਰੀ ਹੈਗੀ ਹੈ। ਤੋ ਇਸ ਕਰਕੇ ਮੇਰਾ ਖਿਆਲ ਇਹ ਜਵਾਬ ਕਾਫੀ ਹੋਊਗਾ। ਮੈਂ ਕਹਾਂਗੀ ਕਿ ਬੜੇ ਸਾਰੇ ਪੋਲੀਟੀਸ਼ੀਅਨਸ ਨੂੰ ਅਸੀਂ ਮਿਲਿਆ, ਮੈਨੂੰ ਪਰਸਨਲੀ ਮਿਲ ਕੇ ਤੁਹਾਡੇ ਨਾਲ ਬਹੁਤ ਚੰਗਾ ਲੱਗਿਆ ਤੇ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ। ਜਾਂਦੇ ਰਹੋ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ। ਤਾਂ ਦਰਸ਼ਕੋ, ਤੁਸੀਂ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣੀਆਂ, ਸਿੱਧੀਆਂ ਗੱਲਾਂ ਨੇ। ਮੈਂ ਕਹਾਂਗੀ ਜ਼ਰੂਰ ਅਵੇਅਰ ਹੋਵੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ, ਕਿਉਂਕਿ ਸੱਚੀਆਂ ਗੱਲਾਂ ਨੇ। ਕਹਿ ਸਕਦੇ ਹੋ ਕਿ ਮੂੰਹ ਤੇ ਹੀ ਜਵਾਬ ਦਿੰਦੇ ਨੇ, ਜੋ ਗੱਲ ਹੈ ਦਿਲ ਦੇ ਵਿੱਚ ਨਹੀਂ ਰੱਖਦੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਇਹ ਜਿਹੜੀ ਜਾਣਕਾਰੀ ਆ ਪੂਰੀ ਤਰ੍ਹਾਂ ਪਹੁੰਚ ਸਕੇ। ਇਸੇ ਨਾਲ ਬਣੇ ਰਹੋ ਪੰਜਾਬ ਨਿਊਜ਼ ਦੇ ਨਾਲ। ਧੰਨਵਾਦ।